ਭੱਟਾਂ ਦੇ ਸਵਈਏ ਦੀ ਚੱਲ ਰਹੀ ਹੈ। ਆਮ ਤੌਰ ਤੇ ਜੋ ਪਾਪੂਲਰ ਅਸੀਂ ਗੱਲਬਾਤ ਵਿੱਚ ਰੈਫਰੈਂਸ ਦਿੰਦੇ ਹਾਂ ਤਾਂ ਅਸੀਂ ਗੱਲ ਕਰਦੇ ਹਾਂ ਜੀ ਭੱਟਾਂ ਦੇ ਸਵਈਏ ਹਨ ਜਿਹੜੇ, ਜਿਵੇਂ ਕਿ ਇੱਥੇ ਵੀ ਸਿਰਲੇਖ ਵਿੱਚ ਲਿਖਿਆ ਹੋਇਆ ਹੈ 1385 ਅੰਕ ਤੋਂ ਲੈ ਕੇ 1409 ਅੰਕ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸਵਈਏ ਅੰਕਿਤ ਹਨ। ਪਰ ਅਸਲੀਅਤ ਦੇ ਵਿੱਚ ਭੱਟਾਂ ਦੇ ਸਵਈਏ ਜਿਹੜੇ ਨੇ ਉਹ ਬਾਅਦ ਵਿੱਚ ਆਉਂਦੇ ਨੇ। ਪਹਿਲਾਂ 20 ਸਵਈਏ ਜਿਹੜੇ ਨੇ ਉਹ ਗੁਰੂ ਅਰਜਨ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਹਨ, ਜਿਨ੍ਹਾਂ ਦਾ ਸਿਰਲੇਖ ਹੈ ਸਵਈਏ ਸ੍ਰੀ ਮੁਖਬਾਕ ਮਹੱਲਾ ਪੰਜਵਾਂ। ਉਹ ਇਹ ਸੰਗ੍ਰਹਿ ਜਿਹੜੇ ਹਨ ਉਹਨਾਂ ਨੂੰ ਵੀ ਜਿਹੜੇ ਪੰਨਾ 1385 ਤੋਂ ਜਿਵੇਂ ਆਰੰਭ ਹੁੰਦੇ ਹਨ ਸਵਈਏ ਸ੍ਰੀ ਮੁਖਬਾਕ ਮਹੱਲਾ ਪੰਜਵਾਂ, ਇਹ ਦੋ ਸੰਗ੍ਰਹਿ ਹਨ ਇਹਨਾਂ ਸਵਈਆਂ ਦੇ। ਇੱਕ ਵਿੱਚ ਪਹਿਲੇ ਦੇ ਵਿੱਚ 9 ਸਵਈਏ ਹਨ, ਦੂਸਰੇ ਦੇ ਵਿੱਚ 11 ਸਵਈਏ ਹਨ। ਉਹ ਜਿਹੜੀ ਅਸੀਂ ਲੜੀਵਾਰ ਵਿਚਾਰ ਹੈ ਉਹ ਇੱਥੋਂ ਹੀ ਆਰੰਭ ਕੀਤੀ ਸੀ। ਪਹਿਲੇ ਸੰਗ੍ਰਹਿ ਦੇ 9 ਸਵਈਏ ਦੀ ਵਿਚਾਰ ਪੂਰੀ ਹੋ ਚੁੱਕੀ ਹੈ। ਦੂਸਰੇ ਸੰਗ੍ਰਹਿ ਦੇ ਵੀ ਅਸੀਂ 8 ਸਵਈਆਂ ਦੀ ਵਿਚਾਰ ਕੱਲ ਤੱਕ ਸੰਪੂਰਨ ਕੀਤੀ ਸੀ। ਅੱਜ ਜੋ ਹੈ ਦੂਸਰੇ ਸੰਗ੍ਰਹਿ ਦਾ ਜੋ 9ਵਾਂ ਸਵਈਆ ਹੈ ਜੋ ਕਿ ਪੰਨਾ 1388 ਦੇ ਉੱਪਰ ਅੰਕਿਤ ਹੈ, ਉਸ ਤੋਂ ਵਿਚਾਰ ਅੱਗੇ ਸ਼ੁਰੂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ 9ਵਾਂ 10ਵਾਂ ਤੇ 11ਵਾਂ ਇਹ ਤਿੰਨੋਂ ਸਵਈਏ ਅੱਜ ਅਸੀਂ ਵਿਚਾਰ ਲਈਏ। तो 9वें ਸਵਈਏ ਦਾ ਜੋ ਪਾਠ ਹੈ ਉਹ ਅਸੀਂ ਪਹਿਲਾਂ ਕਰਾਂਗੇ। गुण समूह फल सगल मनोरथ पूरन होई आस हमारी, औखद मंत्र तंत्र पर दुख हर सर्व रोग खंडन गुणकारी, काम क्रोध मद मत्सर तृष्णा बिनस जाए हर नाम उचारी, स्नान दान तापन सुच क्रिया चरण कमल हृदय प्रभधारी, साजन मीत सखा हर बंदप जीत हान प्रभ प्राण आधारी, कोट गही स्वामी समर्थ है नानक दास सदा बलिहारी। तो इस सवैये दे आरंभ की जो पहली पंक्ति है उस विच गुरु अर्जन पातशाह फरमान करते हैं, गुण समूह फल सगल मनोरथ पूर्ण होई आस हमारी। इस सवैये ਦੇ ਅੰਦਰ ਪ੍ਰਭੂ ਦੇ ਸਿਮਰਨ ਕਰਨ ਦੀ ਵਡਿਆਈ ਗੁਰੂ ਸਾਹਿਬ ਬਿਆਨ ਕਰ ਰਹੇ ਹਨ। ਜਿਵੇਂ ਕਿ ਅਸੀਂ ਪਹਿਲੇ ਵੀ ਮੈਂਸ਼ਨ ਕੀਤਾ ਸੀ ਕਿ ਜਿਹੜਾ ਪਹਿਲਾ ਸੰਗ੍ਰਹਿ ਹੈ 9 ਸਵਈਆਂ ਦਾ ਗੁਰੂ ਅਰਜਨ ਪਾਤਸ਼ਾਹ ਨੇ ਉਹਦੇ ਅੰਦਰ ਸਤਿਗੁਰੂ ਮਹਿਮਾ ਜੋ ਹੈ ਉਹ ਵਿਖਿਆਨ ਕੀਤੀ ਹੈ। ਉਹਦੇ ਅੰਦਰ ਪਰਮਾਤਮਾ ਤੇ ਗੁਰੂ ਨਾਨਕ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ, ਇਹ ਗੱਲ ਸਪਸ਼ਟ ਕੀਤੀ ਹੈ। ਤੇ ਜੋ ਵੀ ਗੁਰੂ ਨਾਨਕ ਦੀ ਸ਼ਰਨ ਵਿੱਚ ਆਉਂਦੇ ਹਨ ਪਰਮਾਤਮਾ ਦੇ ਨਾਲ ਉਹਨਾਂ ਦਾ ਪਿਆਰ ਦਾ ਰਿਸ਼ਤਾ ਬਣ ਜਾਂਦਾ ਹੈ, ਸੰਬੰਧ ਜੁੜ ਜਾਂਦਾ ਹੈ। ਜੋ ਦੂਸਰਾ ਸੰਗ੍ਰਹਿ ਹੈ 11 ਸਵਈਆਂ ਦਾ, ਉਹਦਾ ਜੋ ਮੁੱਖ ਵਿਸ਼ਾ ਹੈ ਉਹਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਮਨੁੱਖਾ ਜਨਮ ਦਾ ਜੋ ਅਸਲ ਮਨੋਰਥ ਹੈ ਉਹ ਹੈ ਗੁਰੂ ਦੀ ਸੇਧ ਲੈ ਕੇ ਪਰਮਾਤਮਾ ਦੇ ਨਾਲ ਪਿਆਰ ਦਾ ਰਿਸ਼ਤਾ ਜੋੜਨਾ, ਪਰਮਾਤਮਾ ਦੀ ਵਡਿਆਈਆਂ ਦੇ ਨਾਲ ਜੁੜਨਾ, ਮਨ ਦੇ ਅੰਦਰ ਪਰਮਾਤਮਾ ਦੀ ਯਾਦ ਨੂੰ ਵਸਾਉਣਾ ਤੇ ਮਾਇਆ ਤੋਂ ਉੱਚਾ ਉੱਠਣਾ। ਇਹਨਾਂ ਸਭ ਗੱਲਾਂ ਦਾ ਜ਼ਿਕਰ ਕਰਕੇ ਔਰ ਨਾਲ ਹੀ ਇਹਦੇ ਵਿੱਚ ਚੇਤਾਵਨੀ ਰੂਪ ਵਿੱਚ ਵੀ ਇਹ ਗੱਲ ਦ੍ਰਿੜ ਕਰਵਾਉਂਦੇ ਹਨ ਕਿ ਮਨੁੱਖ ਨੂੰ ਗਿਣਿਆ ਮਿਥਿਆ ਸਮਾਂ ਹੀ ਮਿਲਿਆ ਹੈ, ਜੋ ਉਮਰ ਮਿਲੀ ਹੈ ਇਹ ਥੋੜ੍ਹੀ ਚਿਰ ਵਾਸਤੇ ਮਿਲੀ ਹੈ ਔਰ ਇਸ ਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਜਿਸ ਮਨੋਰਥ ਵਾਸਤੇ ਮਨੁੱਖਾ ਜਨਮ ਮਿਲਿਆ ਹੈ ਉਸ ਪਾਸੇ ਹੀ ਉਦਮ ਕਰਨਾ ਚਾਹੀਦਾ ਹੈ। ਇਸ ਸਵਈਏ ਦੇ ਵਿੱਚ ਜੋ ਗੱਲ ਸ਼ੁਰੂ ਕਰ ਰਹੇ ਹਨ ਉਹ ਪ੍ਰਭੂ ਦੇ ਨਾਮ ਸਿਮਰਨ ਦੀ ਜੋ ਮਹਿਮਾ ਹੈ ਉਸ ਨੂੰ ਆਰੰਭ ਕਰਦੇ ਹਨ ਕਿ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ। ਗੁਣ ਸਮੂਹ, ਸਮੂਹ ਦਾ ਮਤਲਬ ਹੈ ਸਾਰੇ ਸਮੂਹ, ਜਿਵੇਂ ਸਮੂਹ ਨੂੰ ਅਸੀਂ ਵਰਤਦੇ ਹਾਂ ਲਫ਼ਜ਼ ਇਕੱਠ ਵਾਸਤੇ ਵੀ, ਗੁਣਾਂ ਦਾ ਇਕੱਠ, ਸਾਰੇ ਗੁਣ। ਸਗਲ ਦਾ ਮਤਲਬ ਹੀ ਹੈ ਸਾਰੇ, ਮਨੋਰਥ ਜੋ ਮਨ ਦੀ ਇੱਛਾ ਹੈ ਉਸਨੂੰ ਮਨੋਰਥ ਕਿਹਾ ਜਾਂਦਾ ਹੈ। तो जितने भी गुण ਹਨ ਸਾਰੇ ਗੁਣ, ਸਾਰੀਆਂ ਆਸ਼ਾਵਾਂ, ਸਾਡੇ ਸਾਰੇ ਮਨੋਰਥ, ਇਹ ਤਕਰੀਬਨ ਸਮਰਥਕ ਹੀ ਸ਼ਬਦ ਹਨ। ਸਾਰੇ ਗੁਣ, ਸਾਰੇ ਫਲ, ਜੋ ਗੁਣਾਂ ਦੇ ਫਲ ਹਨ, ਸਾਡੇ ਸਾਰੇ ਮਨੋਰਥ, ਮਨ ਦੀਆਂ ਇੱਛਾਵਾਂ, ਸਾਡੀਆਂ ਆਸ਼ਾਵਾਂ, ਉਹ ਸਾਰੀਆਂ
ਗੁਰੂ ਸਾਹਿਬ ਕਹਿੰਦੇ ਹਨ ਕਿ ਪੂਰੀਆਂ ਹੋ ਗਈਆਂ ਹਨ। ਕਿਸ ਤਰੀਕੇ ਦੇ ਨਾਲ? ਉਹ ਅਗਲੀ ਲਾਈਨ 'ਚ ਗੱਲ ਸਪਸ਼ਟ ਕਰਦੇ ਹਨ ਕਿ ਔਖਦ ਮੰਤਰ ਤੰਤਰ ਪਰ ਦੁਖ ਹਰ, ਸਰਬ ਰੋਗ ਖੰਡਨ ਗੁਣਕਾਰੀ। ਪ੍ਰਭੂ ਦਾ ਜੋ ਨਾਮ ਹੈ ਉਹ ਐਸਾ ਔਖਦ ਹੈ। ਔਖਦ ਹੁੰਦੀ ਹੈ ਔਸ਼ਧੀ, ਆਪ ਦਵਾਈ। ਮੰਤਰ, ਮੰਤਰ ਜਿਵੇਂ ਆਮ ਪੁਰਾਣੇ ਜ਼ਮਾਨੇ ਦੇ ਅੰਦਰ ਕਈ ਮਾਨਸਿਕ ਰੋਗਾਂ ਦੀ ਨਿਵਰਤੀ ਵਾਸਤੇ ਮੰਤਰਾਂ ਦਾ ਉਚਾਰਨ ਕਰਕੇ ਵੀ ਰੋਗ ਕੱਟੇ ਜਾਂਦੇ ਸੀਗੇ, ਤੇ ਉਹ ਉਸ ਕੰਟੈਕਸ ਵਿੱਚ ਇਹ ਗੱਲ ਕੀਤੀ ਹੈ। ਔਖਦ ਮੰਤਰ ਤੰਤਰ, ਇਹ ਸਭ ਜੋ ਹੈ ਮੰਤਰ ਔਰ ਤੰਤਰ, ਇਹ ਤਰੀਕਾ ਵਰਤਿਆ ਜਾਂਦਾ ਸੀਗਾ ਮਾਨਸਿਕ ਰੋਗਾਂ ਦੇ ਇਲਾਜ ਵਾਸਤੇ। ਤਾਂ ਔਖਦ ਜਿਹੜੀ ਸੀ ਔਸ਼ਧੀ, ਉਹ ਆਮ ਤੌਰ ਤੇ ਵਰਤੀ ਜਾਂਦੀ ਸੀ ਸਰੀਰਕ ਰੋਗਾਂ ਦੇ ਇਲਾਜ ਵਾਸਤੇ। ਔਖਦ ਮੰਤਰ ਤੰਤਰ ਪਰ ਦੁਖ ਹਰ। ਪਰ ਦੁੱਖ ਦਾ ਜੋ ਅਰਥ ਹੈ ਉਹ ਹੈ ਵੱਡੇ ਦੁੱਖ, ਉਹ ਦੁੱਖ ਜਿਹੜੇ ਜ਼ਿਆਦਾ ਕਸ਼ਟ ਦੇਣ ਵਾਲੇ ਹਨ। ਪਰ ਲਫ਼ਜ਼ ਦਾ ਜੋ ਅਰਥ ਹੈ ਆਮ ਤੌਰ ਤੇ ਪਰਾਏ ਵਾਸਤੇ ਵੀ ਕੀਤਾ ਜਾਂਦਾ ਹੈ। ਔਰ ਦਰਪਣ ਦੇ ਅੰਦਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਪਰ ਦੁੱਖ ਦਾ ਅਰਥ ਪਰਾਏ ਦੁੱਖ ਦੂਰ ਕਰਨ ਵਾਲਾ ਹੀ ਕੀਤਾ ਹੈ। ਪਰ ਦੁੱਖ ਹਰ, ਹਰ ਦਾ ਅਰਥ ਹੁੰਦਾ ਹੈ ਹਰਨਾ, ਦੂਰ ਕਰਨਾ, ਨਾਸ਼ ਕਰਨਾ। ਤੇ ਪ੍ਰੋਫੈਸਰ ਸਾਹਿਬ ਨੇ ਲਿਖਿਆ ਹੈ ਕਿ ਪਰਾਏ ਦੁੱਖ ਦੂਰ ਕਰਨ ਵਾਲਾ। ਲੇਕਿਨ ਗੁਰਬਾਣੀ ਦੇ ਅੰਦਰ ਕੁਝ ਇੱਕ ਲਫ਼ਜ਼ ਐਸੇ ਵੀ ਆਏ ਹਨ ਜਿੱਥੇ ਪਰ ਲਫ਼ਜ਼ ਨਾਲ ਪਰਮ ਜਾਂ ਵੱਡੇ ਦੇ ਅਰਥਾਂ ਦੇ ਅੰਦਰ ਵੀ ਇਸਤੇਮਾਲ ਹੋਇਆ ਹੈ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕ 72 ਤੇ ਇੱਕ ਲਫ਼ਜ਼ ਆਉਂਦੀ, ਇੱਕ ਪੰਕਤੀ ਆਉਂਦੀ ਹੈ, ਪ੍ਰਤਾਪ ਲੱਗਾ ਦੁਹਾਗਨੀ ਭਾਗ ਜਿਨ੍ਹਾਂ ਕੇ ਨਾਹੀਂ ਜਿਉ। ਤਾਂ ਉੱਥੇ ਪ੍ਰਤਾਪ ਦਾ ਅਰਥ ਜਿਹੜਾ ਹੈ ਉਹ ਹੈ ਵੱਡਾ ਤਾਪ, ਨਾ ਕਿ ਪਰਾਇਆ ਤਾਪ। ਸੋ ਉਹ ਇਸ ਸੈਂਸ ਦੇ ਵਿੱਚ ਉੱਥੇ ਯੂਜ਼ ਕੀਤਾ ਗਿਆ ਹੈ। ਉਵੇਂ ਹੀ ਇੱਥੇ ਪਰ ਦੁੱਖ ਜਿਹੜਾ ਹੈ ਉਹ ਵੱਡੇ ਦੁੱਖ ਦੇ ਅਰਥਾਂ ਦੇ ਅੰਦਰ ਇਸਤੇਮਾਲ ਹੋਇਆ ਹੈ ਕਿ ਪਰਮਾਤਮਾ ਦਾ ਜੋ ਨਾਮ ਹੈ ਉਹ ਇੱਕ ਦਵਾਈ ਹੈ, ਇੱਕ ਮੰਤਰ ਤੰਤਰ ਦੀ ਨਿਆਈ ਹੈ ਵੱਡੇ ਦੁੱਖ ਦੂਰ ਕਰਨ ਵਾਸਤੇ, ਤੇ ਸਰਬ ਰੋਗ ਖੰਡਨ ਗੁਣਕਾਰੀ। ਸਾਰੇ ਰੋਗਾਂ ਨੂੰ ਖੰਡਨ ਦਾ ਭਾਵ ਕੀ ਹੈ? ਉਹਨਾਂ ਨੂੰ ਨਾਸ਼ ਕਰ ਦੇਣਾ, ਟੋਟੇ ਟੋਟੇ ਕਰ ਦੇਣਾ, ਖਤਮ ਕਰ ਦੇਣਾ। तो परमात्मा ਦਾ ਨਾਮ ਐਸਾ ਹੈ ਜਿਹੜਾ ਹਰ ਕਿਸਮ ਦੇ ਦੁੱਖ, ਵੱਡੇ ਤੋਂ ਵੱਡੇ ਦੁੱਖਾਂ ਨੂੰ ਵੀ ਨਾਸ਼ ਕਰਨ ਵਾਲਾ ਹੈ ਅਤੇ ਬਹੁਤ ਹੀ ਗੁਣ ਪੈਦਾ ਕਰਨ ਵਾਲਾ ਹੈ। ਗੁਣਕਾਰੀ ਤੋਂ ਅਰਥ ਹੈ ਗੁਣ ਪੈਦਾ ਕਰਨ ਵਾਲਾ। तो परमात्मा ਦੇ ਨਾਮ ਦੇ ਨਾਲ ਸਾਡੇ ਦੁੱਖ ਰੋਗ ਕੱਟੇ ਜਾਂਦੇ ਹਨ ਤੇ ਸਾਡੇ ਮਨ ਦੀਆਂ ਆਸ਼ਾਵਾਂ ਇੱਛਾਵਾਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਹਨ। ਇਸ ਤੋਂ ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ, ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨਸ ਜਾਏ ਹਰ ਨਾਮ ਉਚਾਰੀ। ਇਹ ਜੋ ਪੰਜ ਵਿਕਾਰ ਹਨ ਮਾਇਆ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਆਮ ਤੌਰ ਤੇ ਇਕੱਠੇ ਹੀ ਜਿਹੜੇ ਹਨ ਵਰਣਨ ਕੀਤੇ ਜਾਂਦੇ ਹਨ। ਤੇ ਬਹੁਤ ਵਾਰੀ ਗੁਰਬਾਣੀ ਦੇ ਅੰਦਰ ਕਾਮ ਆਦਿਕ ਲਿਖ ਕੇ ਜਾਂ ਕਾਮ ਕ੍ਰੋਧ ਇਤਿਆਦਿਕ ਗੱਲ ਕਰਕੇ ਵੀ ਇਹ ਗੱਲ ਇੰਡੀਕੇਟ ਕੀਤੀ ਜਾਂਦੀ ਹੈ ਕਿ ਇਹਨਾਂ ਪੰਜਾਂ ਹੀ ਵਿਕਾਰਾਂ ਦਾ ਜੋ ਰੋਗ ਨੂੰ ਕੱਟਣ ਦਾ ਤਰੀਕਾ ਹੈ ਉਹ ਸਭ ਹੀ ਪ੍ਰਮਾਤਮਾ ਦਾ ਨਾਮ ਸਿਮਰਨਾ ਹੀ ਹੈ। तो ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਹਨ ਕਿ ਕਾਮ ਕ੍ਰੋਧ ਮਦ, ਮਦ ਦਾ ਅਰਥ ਹੁੰਦਾ ਹੈ ਜੋ ਹੰਕਾਰ, ਤੇ ਮਤਸਰ ਦਾ ਅਰਥ ਹੈ ਤ੍ਰਿਸ਼ਨਾ, ਮਤਸਰ ਦਾ ਅਰਥ ਹੈ ਈਰਖਾ ਤੇ ਤ੍ਰਿਸ਼ਨਾ। ਇਹ ਸਾਰੇ ਜਿਹੜੇ ਦੋਸ਼ ਨੇ, ਇਹ ਸਾਰੇ ਵਿਕਾਰ ਨੇ, ਇਹ ਵੀ ਖਤਮ ਹੋ ਜਾਂਦੇ ਹਨ। ਬਿਨਸ ਜਾਏ, ਬਿਨਸ ਦਾ ਅਰਥ ਹੈ ਵਿਨਾਸ਼ ਹੋ ਜਾਂਦਾ ਇਹਨਾਂ ਦਾ, ਇਹ ਖਤਮ ਹੋ ਜਾਂਦੇ ਹਨ ਹਰ ਨਾਮ ਉਚਾਰੀ। ਪ੍ਰਮਾਤਮਾ ਦਾ ਨਾਮ ਉਚਾਰਨ ਕਰਨ ਦੇ ਨਾਲ, ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਮਨ ਦੇ ਵਿੱਚੋਂ ਕਾਮ ਕ੍ਰੋਧ ਹੰਕਾਰ ਈਰਖਾ ਤ੍ਰਿਸ਼ਨਾ, ਇਹ ਸਾਰੇ ਜੋ ਮਨ ਦੇ ਵਿਕਾਰ ਨੇ, ਮਨ ਦੇ ਦੋਸ਼ ਨੇ, ਇਹ ਸਾਰੇ ਨਾਸ਼ ਹੋ ਜਾਂਦੇ ਹਨ, ਮੁੱਕ ਜਾਂਦੇ ਹਨ ਪ੍ਰਮਾਤਮਾ ਦੇ ਨਾਮ ਦੇ ਨਾਲ ਸੁਰਤ ਨੂੰ ਜੋੜਿਆ। ਇਹ ਗੱਲ ਜਿਹੜੀ ਇਸ ਨੂੰ ਸਮਝਣ ਦੇ ਵਾਸਤੇ ਇਹੋ ਸਮਝ ਲਵੋ ਕਿ ਕਿਸੇ ਵੀ ਭਾਂਡੇ ਦੇ ਵਿੱਚ ਅਗਰ ਜੇ ਪਹਿਲਾਂ ਕੋਈ ਗੰਦਗੀ ਪਈ ਹੋਈ ਹੋਵੇ, ਮਿੱਟੀ ਨਾਲ ਭਰਿਆ ਪਿਆ ਹੋਵੇ, ਉਹਦੇ ਉੱਪਰ ਅਸੀਂ ਲਗਾਤਾਰ ਪ੍ਰੈਸ਼ਰ ਦੇ ਨਾਲ ਨਿਰਮਲ ਜਲ ਲਗਾਤਾਰ ਅਸੀਂ ਇੱਕ ਪਾਈਪ ਦੇ ਨਾਲ ਪਾਣੀ ਦੇ ਨਾਲ ਉਹਨੂੰ ਪਾਣੀ ਦੇ ਉਹਦੇ ਅੰਦਰ ਲਗਾਤਾਰ ਭਰਦੇ ਜਾਈਏ ਤਾਂ ਸਹਿਜੇ ਸਹਿਜੇ ਕੀ ਹੋਏਗਾ ਕਿ ਉਹ ਮਿੱਟੀ ਜਿਹੜੀ ਹੈ ਉਹ ਪਾਣੀ ਦੇ ਪ੍ਰੈਸ਼ਰ ਦੇ ਨਾਲ ਹੌਲੀ ਹੌਲੀ ਪਾਣੀ ਦੇ ਅੰਦਰ ਕੁਝ ਮਿਲੇਗੀ, ਕੁਝ ਫਿਰ ਪਾਣੀ ਗੰਦੇ ਦੇ हो जाएगा, लेकिन
ਹੌਲੀ ਹੌਲੀ ਉਹ ਜੋ ਗੰਦਾ ਪਾਣੀ ਹੈ ਉਹ ਫਿਰ ਭਾਂਡੇ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਏਗਾ ਤੇ ਸਹਿਜੇ ਸਹਿਜੇ ਉਹ ਸਾਰੀ ਮੈਲ ਮਿੱਟੀ ਜਿਹੜੀ ਹੈ ਉਹ ਭਾਂਡੇ ਦੇ ਵਿੱਚੋਂ ਪਾਣੀ ਦੇ ਨਾਲ ਮਿਲ ਕੇ ਬਾਹਰ ਹੋ ਜਾਏਗੀ ਤੇ ਬਾਅਦ ਵਿੱਚ ਜਿਹੜਾ ਹੈ ਸਿਰਫ ਨਿਰਮਲ ਜਲ ਉਸ ਭਾਂਡੇ 'ਚ ਰਹਿ ਜਾਏਗਾ। ਇਵੇਂ ਹੀ ਮਨ ਨੂੰ ਜੇ ਪ੍ਰਭੂ ਦੇ ਨਾਮ ਦੇ ਨਾਲ ਜੋੜਿਆ ਜਾਵੇ ਤਾਂ ਮਨ ਦੇ ਅੰਦਰੋਂ ਜਿਹੜੇ ਜਨਮਾਂ ਜਨਮਾਂਤਰਾਂ ਦੇ ਵਿਸ਼ੇ ਵਿਕਾਰ ਜਿਹੜੇ ਇਸ ਮਨ ਦੇ ਅੰਦਰ ਚੰਬੜੇ ਹੋਏ ਹਨ ਜਾਂ ਜੋ ਮਾਇਆ ਦੇ ਪ੍ਰਭਾਵ ਦੇ ਅਧੀਨ ਸਾਡੇ ਅੰਦਰ ਜੋ ਦੋਸ਼ ਹਨ ਉਹ ਸਭ ਵੀ ਨਾਮ ਦੇ ਨਾਲ ਜੁੜਨ ਕਰਕੇ ਮਨ ਦੇ ਵਿੱਚੋਂ ਘਟਦੇ ਜਾਂਦੇ ਹਨ, ਕਮਜ਼ੋਰ ਪੈਂਦੇ ਜਾਂਦੇ ਹਨ ਤੇ ਅੰਤ ਨਾਸ਼ ਹੋ ਜਾਂਦੇ ਹਨ ਤੇ ਫਿਰ ਮਨ ਦੇ ਅੰਦਰ ਕੇਵਲ ਤੇ ਕੇਵਲ ਪ੍ਰਭੂ ਦਾ ਨਾਮ ਹੀ ਟਿਕ ਜਾਂਦਾ ਹੈ। ਗੁਰਬਾਣੀ 'ਚ ਇਹ ਗੱਲ ਵੀ ਬੜੀ ਵਾਰ ਸਮਝਾਈ ਗਈ ਹੈ ਕਿ ਮਨੁੱਖ ਨੂੰ ਜਿਹੜਾ ਸਭ ਤੋਂ ਵੱਡਾ ਰੋਗ ਹੈ ਉਹ ਹਉਮੈ ਦਾ, ਹੰਕਾਰ ਦਾ ਰੋਗ ਹੈ ਤੇ ਜਿੱਥੇ ਪ੍ਰਭੂ ਦਾ ਨਾਮ ਆ ਜਾਵੇ ਉੱਥੇ ਹੰਕਾਰ ਨਹੀਂ ਟਿਕ ਸਕਦਾ ਤੇ ਜਿੱਥੇ ਹਉਮੈ ਹੋਏਗੀ ਉੱਥੇ ਫਿਰ ਨਾਮ ਨਹੀਂ ਵਸਦਾ। तो इंसान का एक कुदरती रोग है हौमे का, पर इसका जो तोड़ है, इसका जो इलाज है, इनू कट्टन वाला भी है वो प्रभु का नाम ही है। तो इस हंकार का नाश करने वाला भी वो प्रभु का नाम है। तो गुरु साहब इतने सेध दे रहे हैं कि काम क्रोध मद मत्सर तृष्णा, काम क्रोध हंकार ईर्खा ते तृष्णा, इहो जे सारे रोग जिहड़े हैं मानसिक रोग ये नाश हो जाते हैं प्रभु के नाम नू उच्चारण करन दे नाल ते मन दे विच टिकाण दे नाल। इशनान दान तापन सुच क्रिया चरण कमल हिरदय प्रभ धारी। जे प्रभु दे चरण कमलों नू भाव प्रभु दे नाम नू प्रभु दे याद नू हिरदे दे अंदर धारण किया जावे तां ये सब जड़े पुण्य दे कर्म गिने जाते हैं। इशनान दान तप करने ते होर सुचम दियां क्रियावां करनियां, उन्हां दा किसी इंसान नू कोई फल मिले चाहे ना मिले, पर परमात्मा दी याद नू हिरदे च वसाना। परमात्मा दे चरण कमल किहड़े हन? परमात्मा दा जो गुरबाणी दे अंदर जो सिद्धांत समझाया गया है कि परमात्मा निराकार है, ਉਹਦਾ कोई रूप रंग रेख आकार कुछ नहीं है, तो फिर परमात्मा के चरण कमल कित्थों आ गए? ये सिर्फ एक इंडिकेटिव ਜਿਹੜਾ ਹੈ ਐਕਸਪ੍ਰੈਸ਼ਨ ਹੈ ਜਿਹਦਾ ਭਾਵ ਹੈ ਪਰਮਾਤਮਾ ਦੀ ਯਾਦ ਨੂੰ, ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਨਾ। ਨਹੀਂ ਤਾਂ ਹਿਰਦੇ ਦੇ ਅੰਦਰ ਅਸੀਂ ਆਪਣੇ ਕਿਸੇ ਦੇ ਚਰਨ ਕਮਲ ਚਾਹੇ ਕਿੰਨੇ ਵੀ ਸੋਹਣੇ ਹੋਣ ਉਹਨਾਂ ਨੂੰ ਕਿਵੇਂ ਟਿਕਾ ਸਕਦੇ ਹਾਂ? ਕੋਈ ਸਰਜਰੀ ਕਰਕੇ ਅੰਦਰ ਉਹਨਾਂ ਨੂੰ ਫਿੱਟ ਤੇ ਨਹੀਂ ਕਰ ਸਕਦੇ। ਇਹ ਚਰਨ ਕਮਲ ਹਿਰਦੇ ਵਿੱਚ ਧਾਰਨ ਕਰਨ ਤੋਂ ਭਾਵ ਕੀ ਹੈ? ਪਰਮਾਤਮਾ ਦੀ ਯਾਦ ਨੂੰ ਹਿਰਦੇ ਦੇ ਅੰਦਰ ਟਿਕਾ ਲੈਣਾ, ਹਿਰਦੇ ਵਿੱਚ ਪਰਮਾਤਮਾ ਦੀ ਯਾਦ ਨੂੰ ਰੱਖਣਾ। तो ये परमात्मा की याद को हिरदे में रखना जिहड़ा है, ये जो कहे जाते धार्मिक कर्म कांड हैं, इशनान करने तीर्थां दे जाके दान करना या तप करने होर शरीर नूं सुचम की क्रिया वगैरह करनी, गुरु साहब कहते हैं कि इन्हां दे बदले इन्हां सब नूं छड्ड के असीं केवल ते केवल परमात्मा के नाम नूं हिरदे विच टिका लिया है। यही साडे वास्ते ये सारे धार्मिक कर्म कांडां तो भी उत्तम है। अगली लाइन गुरु साहब फरमाते हैं कि साजन मीत सखा हर बंदप जी धान प्रभ प्राण आधारी। परमात्मा जो है वो साडा सज्जन है, मित्र है, सखा है ते साडे प्राणा दा आसरा है। ये लाइन अगे कर दो जी। साजन मीत सखा हर बंदप जी धान प्रभ प्राण आधारी। सज्जन भी सज्जन हुंदा है, आम असी इस्तेमाल करते हैं ਜਿਹੜੇ ਬੰਦੇ ਸਾਡੇ ਵਾਸਤੇ ਸਾਨੂੰ ਚੰਗੇ ਲੱਗਦੇ ਹਨ, ਜਿਨ੍ਹਾਂ ਦੇ ਅੰਦਰ ਗੁਣ ਹੁੰਦੇ ਹਨ, ਅਸੀਂ ਉਹਨਾਂ ਨੂੰ ਸੱਜਣ ਪੁਰਸ਼ ਕਹਿੰਦੇ ਹਾਂ। ਮੀਤ ਮਿੱਤਰ, ਸਖਾ ਦਾ ਅਰਥ ਵੀ ਮਿੱਤਰ ਹੀ ਹੁੰਦਾ ਹੈ, ਨਜ਼ਦੀਕੀ ਜਿਹੜੇ ਮਿੱਤਰ ਹਨ ਸਾਡੇ। ਬੰਧਪ ਦਾ ਅਰਥ ਵੀ ਮਿੱਤਰ ਜਾਂ ਸੰਬੰਧੀ ਹੈ, ਜੋ ਰਿਸ਼ਤੇਦਾਰ ਹੈ, ਉਹਨਾਂ ਨੂੰ ਬੰਧਪ ਕਿਹਾ ਜਾਂਦਾ ਹੈ। तो हरि जो है वो साडा सज्जन मीत सखा बंधप अते जी धान प्रभ प्राण आधारी। जी धान, धान का अर्थ भी होता है सहारा, जी दा साडे जिंद दा सहारा, साडे प्राणा दा आधार है। परमात्मा की बख्शिश है तो साडे शरीर के अंदर प्राण चलते हैं। जदों परमात्मा वालों हुक्म हो जाए तो ये प्राण जिहड़े हैं अंदरों निकल जाते हैं। तो प्राणा का जो आधार है, जो टिका है, वो परमात्मा की मेहर सदका ही है।
तो परमात्मा ही साडी जिंद का आसरा है, साडी जिंदगी का सहारा है, साडे जिंदगी का सोमा भी है, साडे प्राणा का जो है आधार है, साडा सज्जन है, मित्र है, साडा संबंधी है। इसलिए उसे परमात्मा दी ही गुरु साहब कहते हैं कि ਅਸੀਂ ਉਹਦੀ शरण पकड़ी है। ओट गही स्वामी समर्था नानक दास सदा बलिहारी। तो इसलिए ਅਸੀਂ ऐसे समर्थ मालक ਦੀ ओट पकड़ी है, ਉਹਦੀ शरण ਲਈ है। ओट ਦਾ अर्थ ਵੀ ਹੁੰਦਾ ਹੈ ਸਹਾਰਾ, ਉਹਦੀ शरण ਲੈਣੀ, ਉਹਦੀ शरण ਵਿੱਚ ਪੈ ਕੇ ਅਤੇ ਉਹਦੇ ਤੋਂ ਹੀ ਜੋ ਦਾਸ ਨਾਨਕ ਹੈ ਉਸ ਤੋਂ ਸਦਾ ਸਦਾ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ। ਕਿਸੇ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣ ਦਾ ਵੀ ਭਾਵ ਇਹੀ ਹੈ ਕਿ ਜੋ ਉਹਦਾ ਹੁਕਮ ਹੋਵੇ ਉਸ ਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਕਿਸੇ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਬਲਿਹਾਰ ਜਾਣਾ ਤਾਂ ਇਹੀ ਹੈ ਕਿ ਅਸੀਂ ਆਪਣੀ ਮਰਜ਼ੀ ਨੂੰ ਛੱਡ ਕੇ ਉਹਦੇ ਹੁਕਮ ਦੇ ਅਨੁਸਾਰ, ਉਹਦੀ ਮਰਜ਼ੀ ਦੇ ਮੁਤਾਬਕ ਆਪਣੇ ਆਪ ਨੂੰ ਚਲਾਉਣ ਨੂੰ ਰਾਜ਼ੀ ਹਾਂ, ਤਿਆਰ ਹਾਂ। तो इस सारे सवैये के अंदर जो मैसेज है, जो गुरु साहब ने जो सुनिया दिता है कि परमात्मा का नाम सिमरिया जिंदगी के अंदर सारे गुण, सारिया मन दी इच्छावां वो सब पूरियां हो जांदियां हन। मन के सारे रोग, वड्डे दुख सब कट्टे जाते हैं। मन के अंदरों काम, क्रोध, अहंकार, तृष्णा, ईर्खा आदि विकार जिहड़े हन वो सब कट्टे जाते हैं, नाश हो जाते हैं। जो कहे जाते धार्मिक कर्म कांड हैं, जिवें तीरथ इशनान, दान करना, तप करना, होर सुचम की क्रिया करनी, ये सब जिहड़े हैं उन्हां तो उत्तम है प्रभु की याद नूं हिरदे च वसाना। तो इसलिए ऐसे प्रभु दे जो साडा सज्जन है, मित्र है, साडा संबंधी है, साडे जीवन प्राण का आधार है, साडी जिंदगी का सोमा है, ऐसे मालक की याद नूं असीं अपने हिरदे च वसाया है। उसे दी शरण विच असीं पए हां, जिहदे नाल साडे सारे दुख कट्टे जाते हैं, साडियां सारी इच्छावां पूरियां हो जांदियां हन। ते गुरु साहब कहंदे हन कि नानक दास सदा बलिहारी, असीं उहदे तों सदा सदा सदके कुर्बान जाते हैं। इस तो अगला सवैया है जो दूसरे संग्रह का सवैया नंबर 10 है। आवद कट्यो ना जात प्रेम रस चरण कमल संग, दावन बंध्यो ना जात विदे मन दरस मग, पावक जरियो ना जात रहो जन धूर लग, नीर न साकस बोर चले हर पंथ पग, नानक रोग दोख अग मोह छिदे हर नाम खग। इस सवैये विच हुण गुरु साहब फरमाते हैं कि प्रभु के नाम की कितनी महिमा है कि जेड़ा मनुख प्रेम सहित परमात्मा के चरण कमल के संग जुड़ जाता है। तो परमात्मा के चरण कमल की गल फिर तो आ गई, तो इत्थे भी वही है, परमात्मा की याद, परमात्मा के नाम के नाल जेड़ा अपनी सुरत नूं जोड़ लैंदा है प्रेम दे नाल, प्रेम भाव दे नाल। जिवें ये गल शुरू च जपजी दे विच भी गुरु साहब ने समझा दित्ती सी कि परमात्मा के नाल गलबात करन दा जो तरीका है, परमात्मा के नाल संबंध जोड़न का तरीका है, वो केवल ते केवल प्यार दा ही है। परमात्मा की बोली प्यार दी है। गुरु साहब ने जपजी च भी आख्या है कि भाख्या पाओ भार। उस परमात्मा के नाल संबंध जोड़ना होवे तां ओहदी भाषा भाव दी है, प्यार दी भाषा है। तो परमात्मा के चरण कमलों के नाल संगत करनी, उन्होंने हिरदे च बसाना, तो वो प्रेम के नाल ही हो सकता है। हिरदे के अंदर प्रभु के वास्ते प्रेम की भावना पैदा हो जाए तो ऐसे इंसान नूं गुरु साहब कहते हैं कि शस्त्रां दे नाल भी कट्टिया नहीं जा सकता, शस्त्र भी ओहदा कुछ नहीं बिगाड़ सकते। आवद कट्टियो ना जात, आवद कहते हैं शस्त्रां नूं, आवद कट्टियो ना जात प्रेम रस चरण कमल संग, जिहदा संग परमात्मा दे चरण कमल दे नाल हो गया है, प्रेम दे विच भर के, प्रेम दे रस दे नाल जिहड़ा भरपूर है, जिस इंसान ने प्रभु के चरण कमलों का स्वाद हिरदे च मानिया है, उसका शस्त्र भी कुछ नहीं बिगाड़ सकते। ਇਹਦਾ भाव की है कि ਜਿਹੜਾ बंदा परमात्मा की सिमरन करेगा ਤੇ जे कोई दूजा बंदा ਉਹਦਾ दुश्मन आके ਉਹਦੇ ਉੱਤੇ तलवार ਦਾ ਜਾਂ ਕਿਸੇ ਹੋਰ ਸ਼ਸਤਰ ਦਾ ਵਾਰ ਕਰੇਗਾ ਤੇ ਉਹਨੂੰ ਕੁਝ ਹੋਏਗਾ नहीं, ਇਹ भाव नहीं है। भाव ਇਹ है कि हर इंसान दुनिया
ਦੇ ਅੰਦਰ ਮੌਤ ਤੋਂ ਡਰਦਾ ਹੈ। ਤੇ ਇਨਸਾਨ ਦੀ ਇੰਨੀ ਕੁ ਸੋਚ ਸਮਝ ਹੁੰਦੀ ਹੈ ਕਿ ਉਹਨੂੰ ਪੁਰਾਣੇ ਜੋ ਈਵੈਂਟਸ ਬੀਤ ਚੁੱਕੇ ਹੁੰਦੇ ਹਨ, ਉਹਨਾਂ ਦੀ ਯਾਦ ਉਹਦੇ ਮਨ ਦੇ ਵਿੱਚ ਵਸੀ ਹੁੰਦੀ ਹੈ। ਉਹਨੂੰ ਮਨ ਦੇ ਅੰਦਰ ਡਰ ਬੈਠਿਆ ਹੁੰਦਾ ਹੈ ਕਿ ਕੋਈ ਮੇਰੇ ਤੇ ਤਲਵਾਰ ਦਾ ਵਾਰ ਕਰੇਗਾ, ਮੇਰੇ ਤੇ ਕੋਈ ਕਿਸੇ ਹੋਰ ਸ਼ਸਤਰ ਨਾਲ ਵਾਰ ਕਰੇਗਾ ਤੇ ਮੇਰੀ ਜਾਨ ਨੂੰ ਖਤਰਾ ਹੈ, ਮੇਰੀ ਮੌਤ ਹੋ ਸਕਦੀ ਹੈ। ਤੋ ਸ਼ਸਤਰ ਨੂੰ ਦੇਖਦਿਆਂ ਸਾਰ ਹੀ ਮਨ ਦੇ ਵਿੱਚ ਮੌਤ ਦਾ ਡਰ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ। ਪਰ ਜਿਹੜੇ ਇਨਸਾਨ ਪਰਮਾਤਮਾ ਦੀ ਯਾਦ ਦੇ ਨਾਲ ਜੁੜ ਜਾਂਦੇ ਹਨ, ਜਿਹੜੇ ਪ੍ਰਭੂ ਦੇ ਨਾਮ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੈਂਦੇ ਹਨ, ਉਹਨਾਂ ਨੂੰ ਇਸ ਗੱਲ ਦਾ ਦ੍ਰਿੜ ਵਿਸ਼ਵਾਸ ਹੋ ਜਾਂਦਾ ਹੈ ਕਿ ਸਾਡੀ ਜਿੰਦ ਦਾ, ਸਾਡੇ ਪ੍ਰਾਣਾਂ ਦਾ ਆਧਾਰ ਕੇਵਲ ਤੇ ਕੇਵਲ ਪਰਮਾਤਮਾ ਹੈ। ਜਿਵੇਂ ਕਿ ਪਿਛਲੇ ਸਵਈਏ 'ਚ ਗੁਰੂ ਸਾਹਿਬ ਨੇ ਕਿਹਾ ਹੈ ਕਿ ਪਰਮਾਤਮਾ ਦਾ ਨਾਮ ਹੀ ਹੈ ਉਹ ਸਾਡੀ ਜਿੰਦ। ਪਰਮਾਤਮਾ ਸਾਡਾ ਸਖਾ ਹੈ, ਸੱਜਣ ਹੈ, ਮਿੱਤਰ ਹੈ, ਸਾਡੇ ਜਿੰਦ ਦਾ ਆਧਾਰ ਹੈ, ਪ੍ਰਾਣਾਂ ਦਾ ਆਧਾਰ ਹੈ। ਤਾਂ ਉਹਨਾਂ ਨੂੰ ਇਸ ਗੱਲ ਦਾ ਦ੍ਰਿੜ ਵਿਸ਼ਵਾਸ ਹੋ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦੀ ਡੋਰ ਜਿਹੜੀ ਹੈ ਉਹ ਪਰਮਾਤਮਾ ਦੇ ਹੱਥ ਹੈ। ਸਾਡਾ ਜੀਣਾ ਮਰਨਾ ਪਰਮਾਤਮਾ ਦੇ ਕੰਟਰੋਲ ਦੇ ਵਿੱਚ ਹੈ। ਹੋਰ ਕਿਸੇ ਦੇ ਵਾਸਤੇ 'ਚ ਨਹੀਂ ਹੈ ਕਿ ਜਿੰਨੀ ਆਯੂ ਸਾਨੂੰ ਪਰਮਾਤਮਾ ਨੇ ਦਿੱਤੀ ਹੈ ਉਹਦੇ ਵਿੱਚੋਂ ਕੁਝ ਘਟਾ ਸਕੇ ਜਾਂ ਉਹਨੂੰ ਵਧਾ ਸਕੇ। ਜਿਸ ਹਿਰਦੇ 'ਚ ਇਹ ਦ੍ਰਿੜ ਵਿਸ਼ਵਾਸ ਹੋ ਜਾਂਦਾ ਹੈ, ਜਿਸ ਨੂੰ ਇਸ ਗੱਲ ਤੇ ਪੂਰਨ ਭਰੋਸਾ ਹੋ ਜਾਂਦਾ ਹੈ ਕਿ ਮੇਰੀ ਜ਼ਿੰਦਗੀ ਦਾ ਮਾਲਕ ਪਰਮਾਤਮਾ ਹੈ, ਤਾਂ ਫਿਰ ਉਸ ਨੂੰ ਕਿਸੇ ਸ਼ਸਤਰ, ਅਸਤਰ, ਕਿਸੇ ਰੋਗ, ਕਿਸੇ ਹੋਰ ਚੀਜ਼ ਦੇ ਡਰਾਵੇ ਦਾ ਕੋਈ ਉਹਦੇ ਤੇ ਪ੍ਰਭਾਵ ਨਹੀਂ ਹੁੰਦਾ। ਉਹਨੂੰ ਕੋਈ ਮੌਤ ਦਾ ਡਰ ਡਰਾ ਨਹੀਂ ਸਕਦਾ, ਘਬਰਾਹਟ ਨਹੀਂ ਪੈਦਾ ਕਰ ਸਕਦਾ। ਉਹਦਾ ਮਨ ਇਤਨਾ ਦ੍ਰਿੜ ਹੋ ਜਾਂਦਾ ਹੈ। ਸਿੱਖ ਇਤਿਹਾਸ ਇਹਨਾਂ ਐਸੇ ਸੂਰਮਿਆਂ ਦੀਆਂ ਗਾਥਾਵਾਂ ਦੇ ਨਾਲ ਭਰਿਆ ਪਿਆ ਹੈ ਕਿ ਜਿਨ੍ਹਾਂ ਨੇ ਭਾਂਤ-ਭਾਂਤ ਦੇ ਤਸੀਹੇ ਔਰ ਭਾਂਤ-ਭਾਂਤ ਦੇ ਕਸ਼ਟ ਦਿੱਤੇ ਜਾਣ ਦੇ ਬਾਵਜੂਦ ਵੀ ਆਪਣੇ ਅਸੂਲਾਂ ਨਾਲ ਕੰਪਰੋਮਾਈਜ਼ ਨਹੀਂ ਕੀਤਾ, ਆਪਣੇ ਅਸੂਲਾਂ ਨੂੰ ਨਹੀਂ ਛੱਡਿਆ। ਈਵਨ 7 ਤੇ 9 ਸਾਲ ਦੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਜਿਹੜੇ ਹਨ, ਉਹਨਾਂ ਨੇ ਵੀ ਮੌਤ ਦੇ ਡਰਾਵੇ ਤੇ ਹੋਰ ਕਈ ਤਰ੍ਹਾਂ ਦੇ ਲਾਲਚਾਂ ਨੂੰ ਪਰੇ ਸੁੱਟ ਕੇ ਆਪਣੇ ਅਸੂਲਾਂ ਦੇ ਉੱਤੇ ਕਾਇਮ ਰਹੇ। ਸੂਬਾ ਸਰਹੰਦ ਦੇ ਦਿੱਤੇ ਹੋਏ ਡਰਾਵਿਆਂ ਦੇ ਨਾਲ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਉਹ ਇਸ ਕਾਰਨ ਹੀ ਸੀਗਾ ਕਿ ਗੁਰੂ ਦੀ ਸਿੱਖਿਆ ਜਿਹੜੀ ਸੀ ਉਹਨਾਂ ਦੇ ਮਨ ਦੇ ਅੰਦਰ ਪੱਕੀ ਦ੍ਰਿੜਤਾ ਦੇ ਨਾਲ ਟਿਕੀ ਹੋਈ ਸੀ। ਗੁਰੂ ਦੇ ਚਰਨਾਂ ਦਾ ਪ੍ਰੇਮ, ਪ੍ਰਮਾਤਮਾ ਦੇ ਚਰਨਾਂ ਦਾ ਜੋ ਓਟ ਆਸਰਾ ਉਹਨਾਂ ਦੇ ਮਨ ਦੇ ਅੰਦਰ ਪੱਕਾ ਸੀਗਾ। ਤੋ ਆਵਦ ਕਟਿਓ ਨਾ ਜਾਤ, ਪ੍ਰੇਮ ਰਸ ਚਰਨ ਕਮਲ ਸੰਗ। ਜਿਨ੍ਹਾਂ ਨੇ ਵੀ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਪ੍ਰੇਮ ਦੇ ਨਾਲ ਟਿਕਾ ਲਿਆ ਹੈ, ਜਿਨ੍ਹਾਂ ਨੇ ਉਸ ਦੇ ਨਾਮ ਦੀ ਯਾਦ ਦਾ, ਪਿਆਰ ਦਾ ਰਸ ਮਾਣਿਆ ਹੈ, ਉਹਨਾਂ ਦਾ ਸ਼ਸਤਰ ਵੀ ਕੁਝ ਨਹੀਂ ਵਿਗਾੜ ਸਕਦੇ। ਤੋ ਜਿਹਦਾ ਕੋਈ ਵਿਗਾੜ ਹੀ ਨਾ ਸਕੇ ਤਾਂ ਉਸ ਨੂੰ ਐਵੇਂ ਵੀ ਕਿਹਾ ਜਾ ਸਕਦਾ ਹੈ ਕਿ ਵੀ ਇਹ ਕਿਵੇਂ ਨੂੰ ਇਹ ਸ਼ਸਤਰ ਉਹਨੂੰ ਕੱਟ ਨਹੀਂ ਸਕਦਾ। ਤੋ ਉਵੇਂ ਹੀ ਉਸੇ ਸੈਂਸ ਵਿੱਚ ਹੀ ਅਗਲੀ ਪੰਕਤੀ 'ਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਦਾਵਨ ਬੰਧਿਓ ਨਾ ਜਾਤ, ਵਿਦੇ ਮਨ ਦਰਸ ਮਗ। ਜਿਸ ਦਾ ਮਨ ਹਰੀ ਦੇ ਦਰਸ਼ਨਾਂ ਦੇ ਰਾਹ ਦੇ ਵਿੱਚ ਜੁੜ ਗਿਆ ਹੈ। ਵਿਦੇ, ਵਿਦੇ ਦਾ ਅਰਥ ਹੁੰਦਾ ਹੈ ਜੁੜ ਜਾਣਾ। ਪਰਮਾਤਮਾ ਦੇ ਦਰਸ਼ਨਾਂ ਦੇ ਵਿੱਚ, ਦਰਸ਼ਨਾਂ ਦੇ ਮਾਰਗ ਦੇ ਵਿੱਚ ਜਿਹਦਾ ਮਨ ਜੁੜ ਗਿਆ ਹੈ, ਉਹਨੂੰ ਰੱਸੀ ਨਾਲ ਬੰਨ ਕੇ ਕਿਧਰੇ ਹੋਰ ਨਹੀਂ ਲਿਜਾਇਆ ਜਾ ਸਕਦਾ। ਦਾਵਨ, ਦਾਵਨ ਕਹਿੰਦੇ ਆ ਰੱਸੀ ਨੂੰ। ਇਹ ਦਾਵਨ ਤੋਂ ਹੀ ਲਫ਼ਜ਼ ਬਣਿਆ ਦੌਨ, ਜਿਹੜੀ ਪੁਰਾਣੇ ਜ਼ਮਾਨੇ 'ਚ ਮੰਜੀਆਂ ਦੀ ਦੌਨ ਹੁੰਦੀ ਸੀ, ਉਹ ਰੱਸੀਆਂ ਦੀ ਦੌਨ ਹੁੰਦੀ ਸੀ। तो दावन तो लफ्ज बनया है दौन। दावन का अर्थ है रस्सी। ਤੇ ਰੱਸੀ ਆਮ ਤੌਰ ਤੇ ਕਿਸੇ ਵੀ ਚੀਜ਼ ਨੂੰ, ਪੋਟਲੀ ਨੂੰ, ਬੰਦਿਆਂ ਨੂੰ ਬੰਨਣ ਦੇ ਕੰਮ ਆਉਂਦੀ ਹੈ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਇਨਸਾਨ ਦਾ ਮਨ ਪਰਮਾਤਮਾ ਦੇ ਦਰਸ਼ਨ ਦੇ ਰਾਹ ਦੇ ਵਿੱਚ ਪੱਕਾ ਟਿਕ ਗਿਆ ਹੈ, ਵਿੰਨਿਆ ਗਿਆ ਹੈ, ਪੱਕਾ ਜੁੜ ਗਿਆ ਹੈ, ਪਰਮਾਤਮਾ ਦੇ ਦਰਸ਼ਨਾਂ ਦੀ ਆਸ ਜਿਸ ਹਿਰਦੇ ਦੇ ਵਿੱਚ ਹੈ, ਉਹਨੂੰ ਕੋਈ ਰੱਸੀ ਨਾਲ ਬੰਨ ਕੇ ਵੀ ਕਿਸੇ ਹੋਰ ਪਾਸੇ ਨਹੀਂ ਲਿਜਾ ਸਕਦਾ। ਆਮ ਤੌਰ ਤੇ ਕੀ ਹੁੰਦਾ, ਕਿਸੇ ਬੰਦੇ ਨੂੰ ਉਹਦੀ ਮਰਜ਼ੀ ਦੇ ਖਿਲਾਫ ਕਿਧਰੇ ਲੈ ਕੇ ਜਾਣਾ ਹੋਵੇ, ਉਹਨੂੰ ਜੇ ਜ਼ਬਾਨੀ ਆਰਡਰ ਕਰੋ ਕਿਉਂ ਕਿ ਤੂੰ ਚੱਲ, ਉਹ ਕਹੇ ਮੈਂ ਨਹੀਂ ਚੱਲਦਾ, ਤਾਂ ਫਿਰ ਜਿਹੜਾ ਜ਼ੋਰਦਾਰ ਕੋਈ ਜ਼ੋਰਾਵਰ ਹੁੰਦੇ ਹਨ, ਉਹ ਬੰਦੇ ਨੂੰ ਰੱਸੀ ਨਾਲ ਬੰਨ ਲੈਂਦੇ ਹਨ ਤੇ ਫਿਰ ਉਹਨੂੰ ਬੰਨ ਕੇ ਤੇ ਧੂ ਕੇ ਲੈ ਜਾਂਦੇ ਹਨ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਹਦੇ ਮਨ ਦੇ ਅੰਦਰ ਪ੍ਰਭੂ ਦੇ ਪਿਆਰ ਦੀ, ਪ੍ਰਭੂ ਦੇ ਦਰਸ਼ਨਾਂ ਦੀ ਇੱਛਾ ਪੱਕੀ ਹੋ ਗਈ ਹੈ, ਉਹਨੂੰ ਕੋਈ ਰੱਸੀ ਨਾਲ ਬੰਨ ਕੇ ਵੀ ਕਿਧਰੇ ਹੋਰ ਨਹੀਂ ਲਿਜਾ ਸਕਦਾ। ਅਗਲੀਆਂ ਪੰਕਤੀਆਂ ਗੁਰੂ ਸਾਹਿਬ ਕਹਿੰਦੇ ਹਨ, ਪਾਵਕ ਜਰਿਓ ਨਾ ਜਾਤ, ਰਹਿਓ ਜਨ ਧੂਰ ਲਗ। ਜਿਹੜਾ ਇਨਸਾਨ ਪ੍ਰਮਾਤਮਾ ਦੇ ਭਗਤਾਂ ਦੀ, ਸੰਤਾਂ ਦੀ ਧੂੜੀ ਨਾਲ ਜੁੜ ਗਿਆ ਹੈ। ਹੁਣ ਧੂੜੀ ਨਾਲ ਜੁੜਨ ਦਾ ਕੀ ਭਾਵ ਹੈ? ਸਾਡੇ ਮਨਾਂ ਦੇ ਵਿੱਚ ਨਾ ਇਹ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਭਰਮ ਹਨ
ਕਈ ਲੋਕ ਗੁਰਦੁਆਰੇ ਜਾਂਦੇ ਹਨ, ਉਚੇਚਾ ਉੱਥੇ ਪਾਏਦਾਨ ਦੇ ਥੱਲਿਓਂ ਦੀ ਚੁੱਕ ਕੇ ਤੇ ਧੂੜੀ ਲੈ ਕੇ ਮੱਥੇ ਨੂੰ ਲਗਾਉਂਦੇ ਹਨ। ਕਈ ਲੋਕ ਤਾਂ ਐਸੇ ਵੀ ਹਨ ਜਿਹੜੇ ਉੱਥੋਂ ਦੀ ਧੂੜ ਇਕੱਠੀ ਕਰਕੇ ਪੁੜੀਆਂ ਬਣਾ ਕੇ ਘਰ ਲੈ ਜਾਂਦੇ ਹਨ। ਤੇ ਚਰਨ ਧੂੜ ਦੀ ਬੜੀ ਮਹਿਮਾ ਹੈ ਜੀ। ਚਰਨ ਗੁਰਬਾਣੀ ਦੇ ਅੰਦਰ ਚਰਨ ਧੂੜ ਲਫ਼ਜ਼ ਅਨੇਕਾਂ ਵਾਰੀ ਇਸਤੇਮਾਲ ਹੋਇਆ ਹੈ। ਜਿਵੇਂ ਚਰਨ ਕਮਲ ਆਇਆ ਹੈ, ਤਿਵੇਂ ਹੀ ਚਰਨ ਧੂੜ ਵੀ ਆਇਆ ਹੈ। ਜੇ ਚਰਨ ਕਮਲਾਂ ਦਾ ਮਨ ਹੈ ਗੁਰੂ ਦੀ ਸਿੱਖਿਆ, ਚਰਨ ਧੂੜ ਦਾ ਅਰਥ ਵੀ ਹੈ ਗੁਰੂ ਦੀ ਸਿੱਖਿਆ ਜਾਂ ਗੁਰੂ ਦੇ ਪਿਆਰਿਆਂ ਦੀ ਜੋ ਪ੍ਰਭੂ ਪਿਆਰ ਵਾਲੀ ਜੋ ਭਾਵਨਾ ਹੈ, ਉਸ ਭਾਵਨਾ ਤੋਂ ਜੋ ਸੇਧ ਲੈਣੀ ਹੈ, ਉਹ ਚਰਨ ਧੂੜ ਦਾ ਭਾਵ ਹੈ। ਉਸ ਸੈਂਸ ਦੇ ਅੰਦਰ ਇਹ ਇਸਤੇਮਾਲ ਹੋਇਆ ਹੈ। ਪਰ ਭੁਲੇਖੇ ਪਾਉਣ ਵਾਲਿਆਂ ਨੇ ਐਸੀਆਂ ਕਹਾਣੀਆਂ ਕਥਾ ਕੱਢ ਕੇ ਲੋਕਾਂ ਨੂੰ ਉਸ ਪਾਸੇ ਲਾਤਾ ਹੈ ਕਿ ਲੋਕੀ ਚਰਨ ਧੂੜ ਦੀਆਂ ਪੁੜੀਆਂ ਬਣ ਕੇ ਤੇ ਪਾਣੀ 'ਚ ਘੋਲ ਕੇ ਕਈ ਚਰਨ ਧੂੜ ਪੀਣ ਲੱਗ ਪਏ ਹਨ, ਜੋ ਕਿ ਬਿਲਕੁਲ ਹੀ ਮਨਮਤ ਹੈ। ਗੁਰਬਾਣੀ ਦੇ ਅੰਦਰ ਚਰਨ ਕਮਲ ਵੀ ਤੇ ਚਰਨ ਧੂੜ ਵੀ ਕੇਵਲ ਤੇ ਕੇਵਲ ਗੁਰੂ ਦੇ ਉਪਦੇਸ਼, ਗੁਰੂ ਦੀ ਸਿੱਖਿਆ, ਗੁਰੂ ਪਰਮਾਤਮਾ ਦੇ ਨਾਮ ਦੇ ਵਾਸਤੇ ਹੀ ਆਏ ਹਨ। ਤਾਂ ਉਸੇ ਸੈਂਸ ਜਿੱਥੇ ਵੀ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਜਿਹੜਾ ਪਰਮਾਤਮਾ ਦੇ ਪਿਆਰਿਆਂ ਦੀ ਧੂੜ ਦੇ ਨਾਲ ਜੁੜ ਗਿਆ ਹੈ, ਭਾਵ ਜਿਨਨੇ ਪ੍ਰਭੂ ਦੇ ਪਿਆਰਿਆਂ ਕੋਲੋਂ ਜੀਵਨ ਜਾਚ ਸਿੱਖ ਕੇ ਆਪਣੇ ਜੀਵਨ ਵਿੱਚ ਉਹੀ ਜਾਚ ਨੂੰ ਅਪਣਾ ਲਿਆ ਹੈ। ਜਿਸ ਢੰਗ ਦੇ ਨਾਲ ਪ੍ਰਭੂ ਦੇ ਪਿਆਰੇ ਜੀਵਨ ਆਪਣਾ ਨਿਰਵਾਹ ਕਰਦੇ ਹਨ, ਉਸੇ ਤਰੀਕੇ ਦੇ ਨਾਲ ਉਹਨਾਂ ਦੀ ਹੀ ਉਹਨਾਂ ਤੋਂ ਸਿੱਖਿਆ ਲੈ ਕੇ, ਸੇਧ ਲੈ ਕੇ ਆਪਣਾ ਜਿਹੜਾ ਜੀਵਨ ਉਸੇ ਤਰੀਕੇ ਚਲਾਉਣ ਲੱਗ ਪਿਆ ਹੈ। ਉਹ ਉਸ ਇਨਸਾਨ ਦੀ ਗੱਲ ਕਰਦਿਆਂ ਕਹਿੰਦੇ ਹਨ ਕਿ ਪਾਵਕ ਜਰਿਓ ਨਾ ਜਾਤ, ਰਹਿਓ ਜਨ ਧੂਰ ਲੱਗ। ਜਿਹੜਾ ਇਨਸਾਨ ਪ੍ਰਭੂ ਦੇ ਪਿਆਰਿਆਂ, ਪ੍ਰਭੂ ਦੇ ਭਗਤਾਂ ਦੀ ਚਰਨ ਧੂੜ ਦੇ ਨਾਲ ਜੁੜਿਆ ਹੈ, ਉਹਨੂੰ ਅੱਗ ਵੀ ਸਾੜ ਨਹੀਂ ਸਕਦੀ। ਹੁਣ ਫਿਰ ਇੱਥੇ ਕਿਸੇ ਦੇ ਮਨ 'ਚ ਡਾਊਟ ਆ ਜਾਏਗਾ, ਲੋ ਜੀ ਅੱਗ ਲੱਗ ਜਾਏਗੀ ਤੇ ਬੰਦਾ ਸੜੇਗਾ ਨਹੀਂ? ਉਹ ਇਹ ਸੜ ਜਾਏਗਾ, ਪਰ ਇਹ ਹੈ ਕਿ ਉਸ ਬੰਦੇ ਨੂੰ ਅੱਗ ਨਾਲ ਸਾੜੇ ਜਾਣ ਦਾ ਡਰ ਵੀ ਉਹਨੂੰ ਹਿਲਾ ਨਹੀਂ ਸਕਦਾ ਆਪਣੇ ਅਸੂਲਾਂ ਤੋਂ। ਭਾਵ ਇਹ ਹੈ ਕਿ ਐਸੇ ਇਨਸਾਨ ਨੂੰ ਕੋਈ ਅੱਗ ਦੇ ਵਿੱਚ ਸਾੜਨ ਦੀ ਧਮਕੀ ਵੀ ਦੇ ਦੇ, ਜਿਉਂਦਿਆਂ ਜੀ ਸਾੜ ਦੇਣ ਦੀ ਧਮਕੀ ਵੀ ਦੇਵੇ, ਡਰਾਵਾ ਦੇਵੇ, ਜਾਂ ਜ਼ਬਰਦਸਤੀ ਉਹਨੂੰ ਚੁੱਕ ਕੇ ਅੱਗ ਵਿੱਚ ਸਾੜ, ਜਿਵੇਂ ਹੁਣ ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਦੇ ਵਿੱਚ ਜਿੰਦਾ ਜਲਾ ਦਿੱਤਾ ਗਿਆ। ਪਰ ਕੀ ਉਹਨਾਂ ਨੇ ਆਪਣੇ ਜੋ ਜ਼ਿੰਦਗੀ ਦੇ ਜੋ ਅਸੂਲ ਸਨ, ਉਹਨਾਂ ਤੋਂ ਕੋਈ ਜ਼ਰਾ ਜਿੰਨਾ ਵੀ ਅੱਗੇ ਪਿੱਛੇ ਹੋਏ? ਉਹਨਾਂ ਨੇ ਕੋਈ ਉਹਨਾਂ ਦੇ ਡਰਾਵੇ 'ਚ ਆ ਕੇ ਕੋਈ ਆਪਣੇ ਅਸੂਲ ਛੱਡ ਤਾਂ ਨਹੀਂ ਦਿੱਤੇ। ਸੋ ਇਹੀ ਭਾਵ ਉੱਥੇ ਹੈ ਕਿ ਜਿਹੜਾ ਬੰਦਾ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜਿਆ ਰਹਿੰਦਾ, ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਯਾਦ ਵਸੀ ਹੁੰਦੀ ਹੈ, ਉਹਨੂੰ ਜੋ ਹੈ ਅੱਗ ਵੀ ਸਾੜ ਨਹੀਂ ਸਕਦੀ। ਭਾਵ ਅੱਗ ਦਾ ਡਰ ਵੀ ਉਸਨੂੰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ। ਸੋ ਪਾਵਕ ਕਹਿੰਦੇ ਹਨ ਅੱਗ ਨੂੰ, ਜਰਿਓ ਨਾ ਜਾਤ, ਸੜਿਆ ਨਹੀਂ ਜਾਂਦਾ। ਅੱਗ ਨਾਲ ਵੀ ਉਹ ਸੜ ਨਹੀਂ ਸਕਦੇ ਜਿਹੜੇ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਰਹਿੰਦੇ ਹਨ, ਉਹਨਾਂ ਦੀ ਜੀਵਨ ਜਾਚ ਨੂੰ ਅਪਣਾ ਲੈਂਦੇ ਹਨ। ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਨੀਰ ਨਾ ਸਾਕਸ ਬੋਰ, ਚਲੇ ਹਰ ਪੰਥ ਪੱਗ। ਨੀਰ ਕਹਿੰਦੇ ਹਨ ਪਾਣੀ ਨੂੰ, ਬੋਰ ਦਾ ਅਰਥ ਹੈ ਡੁਬਾ ਦੇਣਾ, ਡੁੱਬ ਜਾਣਾ। ਪਾਣੀ ਉਹਨਾਂ ਨੂੰ ਡੁਬਾ ਨਹੀਂ ਸਕਦਾ ਜਿਹੜੇ ਪਰਮਾਤਮਾ ਦੀ ਭਗਤੀ ਦੇ ਮਾਰਗ ਤੇ ਚੱਲਦੇ ਹਨ, ਜਿਹੜੇ ਪਰਮਾਤਮਾ ਦੀ ਭਗਤੀ ਦੇ ਰਾਹ ਤੇ ਚੱਲਦੇ ਹਨ, ਉਹਦੇ ਵੱਲ ਤੁਰਦੇ ਹਨ। ਪਰ ਪਰਮਾਤਮਾ ਦੀ ਭਗਤੀ ਦਾ ਰਾਹ ਕਿਹੜਾ ਹੈ? ਇਹ ਕਿਹੜਾ ਹਾਈਵੇ ਹੈ? ਇਹ ਉਹੀ ਹੈ ਕਿ ਪਰਮਾਤਮਾ ਦਾ ਪਿਆਰ ਹਿਰਦੇ 'ਚ ਵਸਾਉਣਾ, ਪਰਮਾਤਮਾ ਦੀ ਯਾਦ ਨੂੰ ਹਿਰਦੇ ਵਿੱਚ ਟਿਕਾ ਲੈਣਾ। ਇਹੀ ਹੈ ਪਰਮਾਤਮਾ ਦੀ ਯਾਦ ਦਾ ਮਾਰਗ। ਤੋ ਜਿਹੜਾ ਪਰਮਾਤਮਾ ਦਾ ਮਾਰਗ ਹੈ, ਹੁਣ ਇਹ ਕੋਈ ਉਹ ਨਹੀਂ ਹੈ ਜਿਸ ਤਰ੍ਹਾਂ ਕਿ ਲੋਕੀ ਹੇਮਕੁੰਟ ਦੀ ਯਾਤਰਾ ਤੇ ਜਾਂਦੇ ਹਨ ਤੇ ਨਾਲ ਇਹ ਖਾਸ ਤੌਰ ਤੇ ਨਾ ਇਹਨਾਂ ਤੁਕਾਂ ਦਾ ਕੀਰਤਨ ਕਰੀ ਜਾਂਦੇ ਹਨ, ਚਰਨ ਚਲੋ ਮਾਰਗ ਗੋਬਿੰਦ। ਤੋ ਕਹਿੰਦੇ ਹਨ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਜਾਣ ਵਾਸਤੇ ਮਾਰਗ ਦੇ ਚੱਲੋ, ਤੇ ਜੋ ਹੈ ਅੱਗੇ ਜੋ ਵੀ ਸੁਖਮਨੀ ਸਾਹਿਬ ਦੀ ਪੰਕਤੀ ਹੈ ਉਹ ਗਾਈ ਜਾਂਦੇ ਹਨ। ਇਹ ਮਾਰਗ ਗੋਬਿੰਦ ਕੋਈ ਹੇਮਕੁੰਟ ਦਾ ਰਸਤਾ ਨਹੀਂ ਹੈ, ਨਾ ਹੀ ਹਰੀ ਦਾ ਪੰਥ ਕੋਈ ਹਰਿਦੁਆਰ ਨੂੰ ਜਾਣ ਵਾਲੀ ਸੜਕ ਹੈ। ਚਲੇ ਹਰ ਪੰਥ ਪੱਗ ਦਾ ਅਰਥ ਇਹੀ ਹੈ ਕਿ ਜੋ ਪਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾਉਂਦੇ ਹਨ, ਜਿਹੜੇ ਪਰਮਾਤਮਾ ਦੇ ਨਾਲ ਪਿਆਰ ਦਾ ਰਿਸ਼ਤਾ ਜੋੜ ਲੈਂਦੇ ਹਨ, ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ, ਉਹਨਾਂ ਨੂੰ ਪਾਣੀ ਵਿੱਚ ਡੁਬੋ ਦਿੱਤੇ ਜਾਣ ਦਾ ਡਰ ਵੀ ਉਹਨਾਂ ਨੂੰ ਵਿਚਲਿਤ ਨਹੀਂ ਕਰ ਸਕਦਾ। ਉਹਨਾਂ ਨੂੰ ਆਪਣੇ ਇਰਾਦੇ ਤੋਂ, ਆਪਣੇ ਮਾਰਗ ਤੋਂ ਕੋਈ ਡਰਾ ਨਹੀਂ ਸਕਦਾ ਤੇ ਆਪਣੇ ਅਸੂਲਾਂ ਤੋਂ ਉਹਨਾਂ ਨੂੰ ਕੋਈ ਵੀ ਬੰਦਾ ਤੋੜ ਨਹੀਂ ਸਕਦਾ। तो ये भाव अर्थ है। तो इस सारे सवैये के अंदर यही शब्दावली जी है वरती गई है
तो अखीरली पंक्ति च सवैया गुरु साहब फरमाते हैं, नानक रोग दोख अग मोह छिदे हर नाम खग। ऐसे इंसान दे सारे रोग दोष पाप ते मोह ਇਹ ਸਭ ਕੱਟੇ ਜਾਂਦੇ ਹਨ। ਕਿਸ ਤਰੀਕੇ ਦੇ ਨਾਲ? ਹਰ ਨਾਮ ਖਗ। ਰੋਗ ਕਹਿੰਦੇ ਹਨ ਬਿਮਾਰੀਆਂ ਨੂੰ, ਦੋਸ਼, ਅੱਗ ਦਾ ਅਰਥ ਹੈ ਪਾਪ, ਮੋਹ ਜੋ ਮੋਹ ਦਾ ਜੋ ਸਾਡੇ ਅੰਦਰ ਅਟੈਚਮੈਂਟ ਦੀ ਜੋ ਬਿਰਤੀ ਹੈ, ਛਿਦਰੇ ਦਾ ਅਰਥ ਹੁੰਦਾ ਹੈ ਛੇਦ ਹੋ ਜਾਣਾ, ਤੋੜ ਦੇਣਾ, ਨਾਸ਼ ਹੋ ਜਾਣਾ। ਹਰੀ ਨਾਮ ਖਗ, ਖਗ ਦਾ ਅਰਥ ਹੈ ਤੀਰ। ਹਰ ਨਾਮ ਰੂਪੀ ਤੀਰ ਦੇ ਨਾਲ ਐਸਾ ਛੇਦ ਉਹ ਕਰ ਦਿੰਦਾ ਹੈ ਕਿ ਇਨਸਾਨ ਦੇ ਅੰਦਰੋਂ ਸਾਰੇ ਰੋਗ ਦੋਸ਼ ਆਦਿ ਜਿਹੜੇ ਹਨ ਉਹ ਸਭ ਨਾਸ਼ ਹੋ ਜਾਂਦੇ ਹਨ। तो सारे सवैये ਦੇ ਅੰਦਰ ਜੋ ਗੁਰੂ ਸਾਹਿਬ ਨੇ ਗੱਲ ਸਮਝਾਈ ਹੈ ਕਿ ਪਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾਉਣ ਦੇ ਨਾਲ, ਪਰਮਾਤਮਾ ਦੇ ਪਿਆਰਿਆਂ ਦੇ ਸੁਝਾਏ ਹੋਏ ਜੀਵਨ ਮਾਰਗ ਦੇ ਉੱਤੇ ਚੱਲਣ ਦੇ ਨਾਲ ਜ਼ਿੰਦਗੀ ਦੇ ਅੰਦਰ ਕਿਸੇ ਕਿਸਮ ਦੇ ਵੀ ਡਰਾਵੇ, ਕਿਸੇ ਕਿਸਮ ਦੇ ਵੀ ਤਸੀਹੇ ਇਨਸਾਨ ਨੂੰ ਦਿੱਤੇ ਜਾਣ, ਉਹ ਪਰਮਾਤਮਾ ਦੀ ਭਗਤੀ ਦੇ ਮਾਰਗ ਤੋਂ ਹਿਲਦਾ ਨਹੀਂ ਹੈ, ਆਪਣੇ ਅਸੂਲਾਂ ਤੋਂ ਭਟਕਦਾ ਨਹੀਂ ਹੈ। ਉਹਨੂੰ ਸ਼ਸਤਰ ਉਹਨੂੰ ਨਹੀਂ ਡਰਾ ਸਕਦਾ, ਰੱਸੀ ਨਾਲ ਬੰਨ੍ਹ ਕੇ ਉਹਨੂੰ ਆਪਣੇ ਰਾਹ ਤੋਂ ਨਹੀਂ ਹਟਾਇਆ ਨਹੀਂ ਜਾ ਸਕਦਾ, ਅੱਗ ਉਹਨੂੰ ਸਾੜ ਨਹੀਂ ਸਕਦੀ, ਭਾਵ ਅੱਗ ਦਾ ਡਰਾਵਾ ਵੀ ਉਹਨੂੰ ਹਿਲਾ ਨਹੀਂ ਸਕਦਾ। ਪਾਣੀ 'ਚ ਡੁਬੋਣ ਦਾ ਡਰ ਜਿਹੜਾ ਹੈ ਉਹ ਵੀ ਉਹਦਾ ਕੁਝ ਨਹੀਂ ਵਿਗਾੜ ਸਕਦਾ। ਕਿਸੇ ਕਿਸਮ ਦਾ ਕੋਈ ਰੋਗ, ਕੋਈ ਦੋਸ਼, ਕੋਈ ਪਾਪ, ਕੋਈ ਮੋਹ ਉਸ ਦੇ ਅੰਦਰ ਨਹੀਂ ਬਚਦਾ, ਜਿਹਦੇ ਅੰਦਰ ਪ੍ਰਭੂ ਦੇ ਨਾਮ ਦੀ ਯਾਦ ਵਸੀ ਹੁੰਦੀ ਹੈ। ਪ੍ਰਭੂ ਦਾ ਨਾਮ ਹੈ ਜੋ ਸਾਰੇ ਰੋਗਾਂ ਨੂੰ ਕੱਟਣ ਵਾਲਾ ਹੈ, ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ। ਇਸ ਤੋਂ ਬਾਅਦ ਅਸੀਂ ਅਖੀਰਲਾ ਜੋ 11ਵਾਂ ਨੰਬਰ ਸਵਈਆ ਹੈ ਇਸ ਸੰਗ੍ਰਹਿ ਦਾ, ਉਸਦਾ ਪਾਠ ਕਰਾਂਗੇ ਜੀ। ਉਦਮ ਕਰ ਲਾਗੇ ਬਹੁ ਭਾਂਤੀ, ਵਿਚਰੈ ਅਨੇਕ ਸ਼ਾਸਤਰ ਬਹੁ ਖਟੂਆ, ਭਸਮ ਲਗਾਏ ਤੀਰਥ ਬਹੁ ਪ੍ਰਮਤੇ, ਸੂਖਮ ਦੇਹ ਬੰਧੈ ਬਹੁ ਜਟੂਆ, ਬਿਨ ਹਰ ਭਜਨ सगल दुख पावत, जो प्रेम बढ़ाए सूत के हटुआ, पूजा चक्र करत सोम पाका, अनिक भांत थाटै कर थटुआ। ਹੁਣ ਇੱਥੇ ਇਸ ਸਵਈਏ 'ਚ ਜ਼ਿਕਰ ਕੀਤਾ ਹੈ ਕਿ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਦੁਨੀਆ ਦੇ ਅੰਦਰ ਕਈ ਤਰ੍ਹਾਂ ਦੇ ਲੋਕ ਭਾਂਤ-ਭਾਂਤ ਦੇ ਕਰਮ ਕਾਂਡ, ਧਾਰਮਿਕ ਕਰਮ ਆਦਿ ਕਰਦੇ ਨੇ, पर परमात्मा के नाम के सामने उन्होंने सब की कोई वुकत नहीं है, कोई इफेक्टिव नहीं हैं। पर प्रभु का नाम जिहड़ा है वो सुप्रीम है, उहदे जिहा लाभ देने वाला, उहे परमात्मा के नाम वर्गा दुख रोग भरम कट्टन वाला, मन नूं दृढ़ता देने वाला होर कोई भी धार्मिक कर्म कांड उहदे मुकाबले का नहीं है। तो पहली पंक्ति गुरु साहब कहते हैं कि उत्तम कर लागे बहु भांति, विचरे अनेक शास्त्र बहु खटुआ। बहु भांति का मतलब है बहुत तरीके दे, भांति भांति दे, बहुत तरीकों के, वख-वख तरीकों के। विचरे का अर्थ होता है विचार करते हैं, ते खटुआ का अर्थ है 6। सनातन मत के अंदर 6 शास्त्र जिहड़े हैं उन्हां दी बड़ी महिमा है, ते लोग उन्हां दे शास्त्रां दे पाठ करन नूं, शास्त्रां दे विचार करन नूं बड़ा धर्म का पवित्र कर्म गिनदे हैं। उन्हां दे दस्से होए तरीके दे नाल वो अपने जीवन में कई तरह के कर्म कांड करते हैं। तो ऐसे उद्यम दे विच अनेकां लोकी जिहड़े हैं अपनी जिंदगी का बहुत सारा समा गुजार देंदे हैं। तो गुरु साहब उन्हां दा जिक्र करदे होया कहंदे हैं कि अनेकां मनुख कई तरह के बहुभांति कई तरह के उद्यम कर रहे हैं, 6 शास्त्रां दी विचार करते हैं। तो ये इस तो इलावा फिर अगली पंक्ति होर जिहड़े कर्म कांड हैं उन्हां दा जिक्र कर रहे हैं कि भसम लगाए तीरथ बहु प्रमते। भसम कहते हैं सुहा नूं, पिंडे ते सुहा मल लैंदे हैं। तीरथ बहु प्रमते, तीर्थां ते बहुत भ्रमदे हैं, भाव तीरथ यात्रावां करते हैं। सूखम देह बंधे बहु जटुआ, अपने शरीर नूं तप साधना करके कमजोर कर लेंदे हैं। सूखम हुंदा है छोटा, सूक्ष्म छोटा, शरीर नूं छोटा किवें करदे हैं? वर्त रख रख के होर शरीर नूं कई तरह के कष्ट दे दे के शरीर नूं कमजोर कर लेंदे हैं। उन्होंने मन में ये धारणा है कि जे शरीर के ताकत नहीं होएगी तो शरीर कोई माड़े काम नहीं करेगा। तो ये इस तरीके का भरम उन्होंने मन में जिहदे करके वो शरीर नूं कई तरह के कष्ट भी देंदे हैं। ते फिर होर कईयां दे मनां 'च भी है कि सिर दे उत्ते जटावां
ਧਾਰਨ ਕਰ ਲੈਂਦੇ ਹਨ, ਇਹਨੂੰ ਵੀ ਧਾਰਮਿਕ ਕਰਮਕਾਂਡ ਗਿਣਦੇ ਹਨ। ਤੋ ਇਹ ਜੋ ਸਨਾਤਨ ਮਤ ਦੇ ਵੱਖ-ਵੱਖ ਫਿਰਕਿਆਂ ਦੇ ਵੱਖ-ਵੱਖ ਤਰ੍ਹਾਂ ਦੇ ਕਰਮਕਾਂਡ ਹਨ, ਉਹਨਾਂ ਦਾ ਰੈਫਰੈਂਸ ਇੱਥੇ ਗੁਰੂ ਸਾਹਿਬ ਦੇ ਰਹੇ ਹਨ ਕਿ ਅਨੇਕਾਂ ਮਨੁੱਖ ਕਈ ਤਰ੍ਹਾਂ ਦੇ ਉਦਮ ਕਰਦੇ ਹਨ, ਕਈ ਛੇ ਸ਼ਾਸਤਰਾਂ ਦੀ ਵਿਚਾਰ ਕਰਦੇ ਨੇ, ਕਈ ਪਿੰਡੇ ਦੇ ਸਵਾ ਲਗਾ ਕੇ ਤੀਰਥਾਂ ਦੇ ਭਟਕਦੇ ਫਿਰਦੇ ਨੇ, ਕਈ ਸਰੀਰ ਨੂੰ ਤੱਪਾਂ ਦੇ ਨਾਲ ਕਮਜ਼ੋਰ ਕਰਦੇ ਨੇ, ਕਈ ਸਿਰ ਦੇ ਉੱਤੇ ਜਟਾਵਾਂ ਬਣਾ ਲੈਂਦੇ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਸ ਤਰ੍ਹਾਂ ਕਰਕੇ ਉਹ ਸ਼ਿਵ ਜੀ ਨੂੰ ਖੁਸ਼ ਕਰ ਲੈਣਗੇ। ਪਰ ਇਹ ਸਭ ਕਰਮ ਕਾਂਡ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਹੁੰਦਾ ਕੀ ਹੈ, ਹਾਸਲ ਕੀ ਹੁੰਦਾ ਉਹਨਾਂ ਨੂੰ। ਬਿਨ ਹਰ ਭਜਨ ਸਗਲ ਦੁਖ ਪਾਵਤ, ਜੋ ਪ੍ਰੇਮ ਵਢਾਏ ਸੂਤ ਕੇ ਹਟੂਆ। ਉਹ ਮਿਸਾਲ ਦਿੰਦੇ ਹਨ ਇੱਕ ਜਿਵੇਂ ਮੱਕੜੀ ਵਰਗਾ ਇੱਕ ਜਿਹੜਾ ਕੀੜਾ ਹੁੰਦਾ ਹੈ, ਜਿਹੜਾ ਸੂਤਰ ਦੇ ਤਾਣੇ, ਸੂਤ ਦੇ ਬਣਾ ਕੇ, ਧਾਗੇ ਦੇ ਬਣਾ ਕੇ ਨਾ ਆਪਣਾ ਘਰ ਬਣਾਉਂਦਾ ਹੈ ਬੜੇ ਪਿਆਰ ਦੇ ਨਾਲ। ਜਿਵੇਂ ਮੱਕੜੀ ਵੀ ਜਾਲਾ ਬੁਣਦੀ ਹੈ, ਉਸੇ ਤਰੀਕੇ ਦੇ ਨਾਲ ਇਹ ਵੀ ਆਪਣਾ ਜਾਲ ਬੁਣਦਾ ਰਹਿੰਦਾ ਹੈ। ਪ੍ਰੇਮ ਵਢਾਏ ਸੂਤ ਕੇ ਹਟੂਆ, ਉਹ ਆਪਣਾ ਘਰ ਬਣਾਉਂਦਾ ਹੈ ਸੂਤਰ ਦੇ ਨਾਲ, ਤਾਰਾਂ ਦੇ ਨਾਲ। ਤੇ ਫਿਰ ਇਹ ਸਭ ਕੁਝ ਕਰਕੇ ਹੁੰਦਾ ਕੀ ਹੈ ਕਿ ਅਲਟੀਮੇਟਲੀ ਉਹ ਆਪ ਹੀ ਉਹਦੇ ਵਿੱਚ, ਉਸ ਜਾਲ ਦੇ ਅੰਦਰ ਆਪ ਹੀ ਫਸ ਜਾਂਦਾ ਹੈ, ਤੇ ਉਸ ਜਾਲ ਦੇ ਵਿੱਚ ਫਸੇ ਫਸਾਏ ਦੀ ਉਹਦੀ ਉੱਥੇ ਹੀ ਮੌਤ ਹੋ ਜਾਂਦੀ ਹੈ। ਤਾਂ ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਕਹਿੰਦੇ ਹਨ ਕਿ ਬਿਨ ਹਰ ਭਜਨ ਸਗਲ ਦੁਖ ਪਾਵਨ। ਇਹ ਜਿਹੜੇ ਕਰਮ ਕਾਂਡ ਕਰਨ ਵਾਲੇ ਬੰਦੇ ਹਨ, ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਨਹੀਂ ਵਸਾਉਂਦੇ, ਪ੍ਰਮਾਤਮਾ ਦੀ ਯਾਦ ਦੇ ਨਾਲ ਨਹੀਂ ਜੁੜਦੇ, ਉਹ ਇਹ ਸਾਰੇ ਕਰਮ ਕਾਂਡ ਕਰਕੇ ਸਰੀਰ ਨੂੰ ਅਨੇਕਾਂ ਤਰ੍ਹਾਂ ਦੇ ਕਸ਼ਟ ਦਿੰਦੇ ਹਨ, ਦੁਖੀ ਹੁੰਦੇ ਹਨ। ਤੇ ਇਹ ਉਹਨਾਂ ਦੀ ਹਾਲਤ ਉਹ ਜਿਹੀ ਹੈ ਕਿ ਜਿਵੇਂ ਉਹ ਮੱਕੜੀ ਵਰਗਾ ਕੀੜਾ ਜਿਹੜਾ ਹੈ, ਉਹ ਆਪਣੇ ਪਿਆਰ ਦੇ ਨਾਲ, ਮਿਹਨਤ ਦੇ ਨਾਲ ਧਾਗੇ ਦਾ ਜਾਲ ਬੁਣਦਾ ਹੈ ਤੇ ਅਲਟੀਮੇਟਲੀ ਆਪ ਹੀ ਉਸ ਜਾਲ ਵਿੱਚ ਫਸ ਕੇ ਤੇ ਮਰ ਜਾਂਦਾ ਹੈ। ਭਾਵ ਕੀ ਹੈ ਕਿ ਇਹ ਕਰਮ ਕਾਂਡ ਕਰਕੇ ਉਹ ਜੀਵਨ ਨੂੰ ਵਿਅਰਥ ਹੀ ਗਵਾ ਰਹੇ ਹਨ। ਉਹ ਅੰਤਲੀ ਪੰਕਤੀ ਦੇ ਵਿੱਚ ਫਿਰ ਗੁਰੂ ਸਾਹਿਬ ਫਿਰ ਸਮਝਾਉਂਦੇ ਹਨ ਕਿ ਪੂਜਾ ਚੱਕਰ ਕਰਤ ਸੋਮ ਪਾਕਾ, ਅਨੇਕ ਭਾਂਤ ਥਾਟੈ ਕਰ ਥਟੂਆ। ਪੂਜਾ ਕਰਦੇ ਹਨ, ਚੱਕਰ ਬਣਾਉਂਦੇ ਹਨ ਕਈ ਤਰ੍ਹਾਂ ਦੇ, ਜਿਹੜੇ ਉਹ ਵੀ ਉਹਨਾਂ ਦੇ ਕਰਮ ਕਾਂਡ ਦਾ ਹਿੱਸਾ ਹੁੰਦਾ ਹੈ। ਤੇ ਹੋਰ ਅਨੇਕਾਂ ਅਡੰਬਰ ਕਰਦੇ ਹਨ, ਜਿਹੜੇ ਕਰਕੇ ਵੀ ਅਲਟੀਮੇਟਲੀ ਉਹਨਾਂ ਨੂੰ ਉਹਦੇ ਚੋਂ ਪ੍ਰਾਪਤ ਕੁਝ ਨਹੀਂ ਹੁੰਦਾ। ਸੋਮ ਪਾਕ ਜਿਹੜਾ ਹੈ, ਇਹ ਵੀ ਇੱਕ ਉਹਨਾਂ ਦਾ ਕਰਮ ਕਾਂਡ ਹੈ ਕਿ ਸੋਮ ਪਾਕ, ਪਾਕ ਦਾ ਅਰਥ ਹੁੰਦਾ ਹੈ ਭੋਜਨ, ਤੇ ਸੋਮ ਪਾਕ ਦਾ ਅਰਥ ਹੈ ਜਿਹੜਾ ਸਵਯੰ ਪਾਕ, ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਕਿਸੇ ਦੇ ਹੱਥ ਦਾ ਬਣਾਇਆ ਖਾਣਾ ਨਹੀਂ ਖਾਂਦੇ। ਇਹ ਉਹਨਾਂ ਦਾ ਵਹਿਮ ਹੈ ਕਿ ਜੇ ਕਿਸੇ ਦੇ ਬਣਾਏ ਹੋਏ ਭੋਜਨ ਖਾਵਾਂਗੇ ਤਾਂ ਉਹਦੇ ਕੀਤੇ ਹੋਏ ਪਾਪਾਂ ਦਾ ਅਸਰ ਸਾਨੂੰ, ਮਾਨੋ ਜਿਵੇਂ ਵਾਇਰਸ ਹੈ ਨਾ, ਉਹ ਸਾਡੇ ਅੰਦਰ ਵੜ ਜਾਏਗਾ। ਇਹ ਪੁਰਾਣੇ ਜ਼ਮਾਨੇ ਦਾ ਬੜਾ ਭਰਮ ਸੀ ਉਹਨਾਂ ਦਾ। तो जिमें एक बड़ी कहावत भी मशहूर है कि 12 पूर्बी है ते 13 चुल्हे। वो की है, सारे बंदे जिहड़े ने आपो अपना चुल्हा वखरा बनाते हैं ते 13वां हुक्का जिहड़ा वो सब दा कॉमन हुंदा है। तो ये पुराने जमाने दे भी एक धार्मिक कर्म कांड सीगा, पूजा ਦਾ ਹਿੱਸਾ ਸੀ ਕਿ ਹਰ ਬੰਦਾ ਆਪਣੀ ਰੋਟੀ ਆਪਣਾ ਖਾਣਾ ਆਪ ਤਿਆਰ ਕਰਦਾ ਸੀ। ਉਹਨੂੰ ਕਹਿੰਦੇ ਸੋਮ ਪਾਕ, ਸਵਯੰ ਪਾਕ, ਆਪਣੀ ਰੋਟੀ ਆਪਣਾ ਖਾਣਾ ਆਪ ਤਿਆਰ ਕਰਨਾ। तो इस तरीके ਦੇ ਸਰੀਰ ਨੂੰ ਕਸ਼ਟ ਦੇਣ ਵਾਲੇ, ਹੋਰ ਸਮਾਂ ਬਰਬਾਦ ਕਰਨ ਵਾਲੇ ਅਨੇਕਾਂ ਹੀ ਧਾਰਮਿਕ ਕੰਮ ਮੰਨ ਕੇ ਇਨਸਾਨ ਜਿਹੜੇ ਹਨ ਭਾਂਤ-ਭਾਂਤ ਦੇ ਕਰਮ ਕਰਦੇ ਹਨ, ਇੱਕ ਪ੍ਰਭੂ ਦੇ ਭਜਨ ਤੋਂ ਹਟ ਕੇ। ਤਾਂ ਗੁਰੂ ਸਾਹਿਬ ਨੇ ਇਸ ਸਵਈਏ ਦੇ ਅੰਦਰ ਇਹੀ ਮੈਸੇਜ ਦਿੱਤਾ ਹੈ ਕਿ ਬਿਨ ਹਰ ਭਜਨ ਸਗਲ ਦੁਖ ਪਾਵਤ, ਜਿਉ ਪ੍ਰੇਮ बढ़ाए सूत के हटुआ। ਇਹ ਆਪਣੇ ਦੁਆਲੇ ਕਰਮ ਕਾਂਡਾਂ ਦਾ ਜਾਲ ਬੁਣ ਕੇ ਇਹ ਇਨਸਾਨ ਵੀ ਉਸ ਕੀੜੇ ਦੀ ਨਿਆਈ ਆਪਣੇ ਆਪ ਨੂੰ ਮਾਰਨ ਦਾ, ਆਪਣੀ ਆਤਮਕ ਮੌਤ ਦੇ ਦਾ ਪ੍ਰਬੰਧ ਆਪ ਕਰਦੇ ਹਨ। ਇਹਦੇ ਵਿੱਚ ਉਹਨਾਂ ਨੂੰ ਪ੍ਰਾਪਤੀ ਕੁਝ ਨਹੀਂ ਹੁੰਦੀ। ਤੋ ਜੋ ਵੀ ਉਹ ਪੂਜਾ ਕਰਦੇ ਨੇ, ਸਰੀਰ ਤੇ ਚੱਕਰਾਂ ਦੇ ਚਿੰਨ੍ਹ ਲਗਾਉਂਦੇ ਨੇ, ਸੁੱਚਮ ਵਾਸਤੇ ਰੋਟੀ ਆਪਣੀ ਆਪ ਤਿਆਰ ਕਰਦੇ ਨੇ, ਹੋਰ ਕਈ ਤਰ੍ਹਾਂ ਦੇ ਪਖੰਡ ਕਰਦੇ ਨੇ, ਪਰ ਹਰੀ ਦਾ ਨਾਮ ਲੈਣ ਤੋਂ ਬਿਨਾ ਇਹ ਸਾਰੇ ਲੋਕ ਸਿਰਫ ਦੁੱਖ ਹੀ ਪਾਉਂਦੇ ਹਨ। ਇਹ ਸਰੀਰ ਨੂੰ ਕਸ਼ਟ ਦਿੰਦੇ ਹਨ ਤੇ ਜਿਵੇਂ ਉਹ ਕੀੜਾ ਆਪਣੇ ਬਣਾਏ ਜਾਲ ਦੇ ਵਿੱਚ ਆਪ ਹੀ ਮਰ ਜਾਂਦਾ ਹੈ, ਇਹ ਵੀ ਆਪਣੇ ਕਰਮ ਕਾਂਡਾਂ ਦੇ ਜਾਲ ਦੇ ਵਿੱਚ ਫਸੇ ਫਸਾਏ ਆਪਣਾ ਜੀਵਨ ਵਿਅਰਥ ਗਵਾ ਕੇ ਅਜਾਈ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ਤੇ ਮੁੜ ਜਨਮ ਮਰਨ ਦੇ ਗੇੜ ਦੇ ਵਿੱਚ ਪੈ ਜਾਂਦੇ ਹਨ। ਤੋ ਇਹ ਇੱਥੇ ਸਮਾਪਤੀ ਹੁੰਦੀ ਹੈ ਜੋ ਸਵਈਏ ਸ੍ਰੀ ਮੁਖਵਾਕ ਮਹਿਲਾ ਪੰਜਵਾਂ ਦੇ ਜੋ ਟੋਟਲ ਗਿਣਤੀ 'ਚ 20 ਸਵਈਏ ਹਨ। ਇਹਨਾਂ ਚੋਂ ਪਹਿਲੇ 9 ਸਵਈਆਂ ਦੇ ਅੰਦਰ ਜੋ ਹੈ ਸਤਿਗੁਰੂ ਮਹਿਮਾ ਦਾ ਵਿਸ਼ਾ ਹੈ ਕਿ ਗੁਰੂ ਪਾਤਸ਼ਾਹ ਨੇ ਇਹ ਉਹਦੇ 'ਚ ਗੱਲ ਸਮਝਾਈ ਕਿ ਪਰਮਾਤਮਾ ਤੇ
ਗੁਰੂ ਨਾਨਕ ਦੇ ਅੰਦਰ ਕੋਈ ਭਿੰਨ ਭੇਦ ਨਹੀਂ ਹੈ। ਜੋ ਗੁਣ ਪਰਮਾਤਮਾ ਦੇ ਹਨ ਉਹੀ ਗੁਣ ਗੁਰੂ ਨਾਨਕ ਦੇ ਵੀ ਹਨ। ਜਨ ਨਾਨਕ ਭਗਤ ਦਰ ਤੁਲ ब्रह्म समसर एक जी क्या बखाना है, हाँ के बल 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 सद बलिहार। तो गुरु नानक तो सिर्फ कुर्बान ही जाया जा सकता है, सदके जाया जा सकता है, ਉਹਦੇ ਗੁਨਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੋ ਦੂਸਰਾ ਸੰਗ੍ਰਹਿ ਜੋ ਹੈ ਉਹਦੇ ਅੰਦਰ ਭਾਂਤ ਭਾਂਤ ਦੇ ਕਰਮ ਕਾਂਡਾਂ ਨੂੰ ਛੱਡ ਕੇ, ਮਾਇਆ ਦੀ ਪਕੜ ਨੂੰ ਛੱਡ ਕੇ ਤੇ ਪਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾਉਣ ਵਾਸਤੇ ਪ੍ਰੇਰਨਾ ਕੀਤੀ ਗਈ ਹੈ। ਮਨੁੱਖਾ ਜੀਵਨ ਦਾ ਜੋ ਸਹੀ ਮਨੋਰਥ ਹੈ ਉਹ ਗੁਰੂ ਸਾਹਿਬ ਨੇ ਇੱਥੇ ਸਪਸ਼ਟ ਕੀਤਾ ਹੈ ਕਿ ਮਨੁੱਖਾ ਦੇਹੀ ਮਿਲੀ ਹੈ ਪਰਮਾਤਮਾ ਦੇ ਨਾਲ ਇਕਮਿਕ ਹੋਣ ਵਾਸਤੇ, ਤੇ ਮਾਇਆ ਦੀ ਪਕੜ ਨੂੰ ਛੱਡ ਕੇ ਸਾਰੀ ਜ਼ਿੰਦਗੀ ਮਾਇਆ ਦੇ ਪਿੱਛੇ ਨਾ ਭੱਜ ਕੇ ਕੇਵਲ ਉਹਦੇ ਮਗਰ ਨਾ ਜਾਓ, ਉਹਦੇ ਵਿੱਚੋਂ ਵੀ ਕੋਈ ਪ੍ਰਾਪਤੀ ਨਹੀਂ ਹੈ। ਮਾਇਆ ਦੇ ਨਾਲ ਤੁਸੀਂ ਸੁੱਖ ਦੇ ਸਾਧਨ ਖਰੀਦ ਸਕਦੇ ਹੋ, ਸੁੱਖ ਨਹੀਂ ਹਾਸਲ ਕਰ ਸਕਦੇ। ਪੈਸੇ ਖਰਚ ਕੇ ਸੋਹਣੀ ਮੰਜੀ ਲੈ ਸਕਦੇ ਹੋ, ਸੋਹਣਾ ਬੈੱਡ ਲੈ ਸਕਦੇ ਹੋ, ਪਰ ਇਹ ਕੋਈ ਗਰੰਟੀ ਨਹੀਂ ਹੈ ਕਿ ਪੈਸੇ ਖਰਚ ਕੇ ਤੁਹਾਨੂੰ ਚੰਗੀ ਨੀਂਦ ਵੀ ਮਿਲ ਜਾਏਗੀ। ਪੈਸੇ ਖਰਚ ਕੇ ਤੁਸੀਂ ਬਹੁਤ ਵੱਡੀ ਕੋਠੀ ਆਲੀਸ਼ਾਨ ਮਹਿਲ ਬਣਾ ਸਕਦੇ ਹੋ, ਪਰ ਉਸ ਘਰ ਦੇ ਅੰਦਰ ਰਹਿ ਕੇ ਕੀ ਤੁਹਾਨੂੰ ਸੁਖੀ ਜੀਵਨ ਮਿਲੇਗਾ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ। ਤੋ ਇਹ ਇਹਨਾਂ ਸਵਈਆਂ ਦੇ ਅੰਦਰ ਇਸ ਤਰੀਕੇ ਦੇ ਵਿਚਾਰ ਦੇ ਕੇ ਤੇ ਧਾਰਮਿਕ ਕਰਮ ਕਾਂਡਾਂ ਤੋਂ ਵੀ ਬਚਣ ਦੀ ਜੋ ਹੈ ਉਹ ਪ੍ਰੇਰਨਾ ਕੀਤੀ ਗਈ ਹੈ। ਸਭ ਚੀਜ਼ਾਂ ਦਾ, ਸਭ ਸੁੱਖਾਂ ਦਾ ਦਾਤਾ, ਸਾਰੇ ਦੁੱਖਾਂ ਰੋਗਾਂ ਨੂੰ ਕੱਟਣ ਵਾਲਾ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੈ। ਉਹਦੇ ਨਾਲ ਹੀ ਪਿਆਰ ਦਾ ਰਿਸ਼ਤਾ ਜੋੜਨਾ, ਉਹਦੀ ਯਾਦ ਨੂੰ ਹਿਰਦੇ 'ਚ ਵਸਾਉਣਾ, ਇਹੀ ਇੱਕੋ ਇੱਕ ਢੰਗ ਹੈ ਜ਼ਿੰਦਗੀ ਦੇ ਅੰਦਰ ਜੀਵਨ ਨੂੰ ਸਫਲ ਕਰਨ ਦਾ, ਮਨੁੱਖਾ ਜੀਵਨ ਨੂੰ ਸਫਲ ਕਰਨ ਦਾ। ਤੋ ਇਹ ਸਵਈਏ ਸ੍ਰੀ ਮੁਖਵਾਕ ਦੀ ਇੱਥੇ ਵਿਚਾਰ ਸਮਾਪਤ ਹੁੰਦੀ ਹੈ। ਇਸ ਤੋਂ ਅੱਗੋਂ ਫਿਰ ਜੋ ਹੈ ਕੱਲ ਤੋਂ ਅਸੀਂ ਸਵਈਏ ਮਹੱਲੇ ਪਹਿਲੇ ਕੇ ਜੋ ਕਿ ਭੱਠਾਂ ਦੇ ਸਵਈਏ ਹਨ, ਔਰ ਕੱਲ ਜਿਹੜਾ ਹੈ ਸਵਈਏ ਮਹੱਲੇ ਪਹਿਲੇ ਕੇ ਦਾ ਭਾਵ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਦੇ ਜੋ ਉਚਾਰਨ ਕੀਤੇ ਗਏ ਸਵਈਏ, ਉਹਨਾਂ ਦੇ ਵਿਚਾਰ ਕੱਲ ਤੋਂ ਅਸੀਂ ਆਰੰਭ ਕਰਾਂਗੇ। ਅੱਜ ਤੱਕ ਦੀ ਵਿਚਾਰ ਦੇ ਨਾਲ ਸੰਬੰਧਿਤ ਜੇ ਕਿਸੇ ਦਾ ਕੋਈ ਸਵਾਲ ਹੋਵੇ ਜਾਂ ਇਹਨਾਂ ਦੇ ਬਾਰੇ ਕੋਈ ਹੋਰ ਕਿਸੇ ਦਾ ਕਮੈਂਟ ਹੋਵੇ, ਕੋਈ ਸੁਣੇ, ਕਿਸੇ ਨੇ ਕੋਈ ਮੈਸੇਜ ਦੇਣਾ ਹੋਵੇ, ਕੋਈ ਸੁਝਾਅ ਦੇਣਾ ਹੋਵੇ, ਤਾਂ ਉਹ ਆਪਣੇ ਆਪ ਨੂੰ ਅਨਮਿਊਟ ਕਰਕੇ ਤੇ ਆਪਣੇ ਵਿਚਾਰ ਰੱਖ ਸਕਦਾ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿਸੇ ਦਾ ਕੋਈ ਸੁਝਾਅ ਜਾਂ ਕੋਈ ਕੁਐਸਚਨ ਹੈ ਕਿਸੇ